ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ITT 99 ਦੇ ਲਈ ਜਿਹੜੀ SST ਹੈ ਉਹ ਕਵਰ ਕਰ ਰਹੇ ਹਾਂ। ਹਿਸਟਰੀ ਦਾ ਆਪਣਾ ਜਿਹੜਾ ਲਾਸਟ ਚੈਪਟਰ ਕੀਤਾ ਸੀ ਉਹ ਆਪਾਂ ਨੇ ਕੀਤਾ ਸੀ ਜੀ ਗੁਰੂ ਨਾਨਕ ਦੇਵ ਜੀ ਤੱਕ, ਠੀਕ ਹੈ। ਪਹਿਲੇ 3 ਚੈਪਟਰ ਹਿਸਟਰੀ ਦੇ ਹੋ ਚੁੱਕੇ ਨੇ। ਜੇਕਰ ਤੁਸੀਂ ਪਿਛਲੀ ਕਲਾਸਿਸ ਨਹੀਂ ਦੇਖੀਆਂ ਹੈਗੀਆਂ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, ਜ਼ਰੂਰ ਜਾ ਕੇ ਤਿੰਨੋਂ ਕਲਾਸਿਸ ਅਟੈਂਡ ਕਰੋ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਨੈਕਸਟ ਚੈਪਟਰ ਕਰਨ ਵਾਲੇ ਹਾਂ ਉਹ ਹੈਗਾ ਜੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਗੁਰੂਆਂ ਦਾ ਯੋਗਦਾਨ, ਠੀਕ ਹੈ। ਤਾਂ ਇਸ ਚੈਪਟਰ ਦੇ ਵਿੱਚੋਂ ਹੀ ਜਿਹੜਾ 66-35 ਦਾ ਪੇਪਰ ਹੋਇਆ ਸੀ ਤੇ ਜਿਹੜਾ 23-64 ਦਾ ਪੇਪਰ ਹੋਇਆ ਸੀ ਉਸ ਦੇ ਵਿੱਚ 2 ਤੋਂ 3 ਕੁਐਸਚਨ ਜਿਹੜੇ ਨੇ ਇਸੇ ਚੈਪਟਰ ਦੇ ਵਿੱਚੋਂ ਹੀ ਪੁੱਛੇ ਗਏ ਸੀ। ਵੈਰੀ ਇੰਪੋਰਟੈਂਟ ਹੈ। ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸ ਦੇ ਨਾਲ ਥਿਊਰੀ ਦੇ ਨਾਲ ਜਿਹੜਾ MCQ ਵੀ ਸੋਲਵ ਕਰਾਂਗੇ, ਠੀਕ ਹੈ। ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ SST ਦੇ ਵਿੱਚ ਜਿਹੜੇ ਇਸ ਚੈਪਟਰ ਦੇ ਵਿੱਚੋਂ ਕੁਐਸਚਨ ਪੁੱਛੇ ਗਏ ਸੀ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ 89 ਨੰਬਰ ਕੁਐਸਚਨ ਪੁੱਛਿਆ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ ਆਖਰੀ ਦਿਨ ਕਿੱਥੇ ਗੁਜ਼ਾਰੇ। ਜਿਸ ਦਾ ਇਸੇ ਚੈਪਟਰ ਦੇ ਵਿੱਚ ਨੈਕਸਟ ਕੁਐਸਚਨ ਪੁੱਛਿਆ ਗਿਆ ਸੀ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਦੋਂ ਹੋਈ, ਤਾਂ ਉਹ ਹੋਈ ਸੀ ਜੀ 1675 ਈਸਵੀ ਦੇ ਵਿੱਚ, ਠੀਕ ਹੈ। ਤਾਂ ਇਹ ਜਿਹੜਾ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਹੈ ਇਹ ਹੈਗਾ ਜੀ 23-64 ਦਾ, ਠੀਕ ਹੈ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 2 ਕੁਐਸਚਨ ਜਿਹੜੇ ਨੇ ਇਸ ਚੈਪਟਰ ਦੇ ਵਿੱਚੋਂ ਪੁੱਛੇ ਗਏ ਨੇ। ਇਸ ਤੋਂ ਬਾਅਦ ਜਿਹੜਾ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਨੈਕਸਟ ਇਹ ਹੈਗਾ ਜੀ 66-35 ਦਾ। ਇਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ 2 ਕੁਐਸਚਨ ਇਸੇ ਚੈਪਟਰ ਦੇ ਵਿੱਚੋਂ ਆਏ ਨੇ। ਪਹਿਲਾ ਕੁਐਸਚਨ ਆਇਆ ਸੀ ਕਿ ਆਦਿ ਗ੍ਰੰਥ ਦੀ ਰਚਨਾ ਕਿਸਨੇ ਕੀਤੀ ਹੈ, ਤਾਂ ਇਹ ਕੀਤੀ ਸੀ ਜੀ ਗੁਰੂ ਅਰਜਨ ਦੇਵ ਜੀ ਨੇ, ਠੀਕ ਹੈ। ਤੇ ਇੱਕ ਹੋਰ ਕੁਐਸਚਨ ਜਿਹੜਾ ਰਿਪੀਟ ਹੋਇਆ ਸੀ ਉਹ ਹੈਗਾ ਸੀ ਜੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ, ਠੀਕ ਹੈ। ਤਾਂ ਕਹਿਣ ਦਾ ਭਾਵ ਇਹ ਲੈਸਨ ਜਿਹੜਾ ਮੋਸਟ ਇੰਪੋਰਟੈਂਟ ਹੈ, ਤਾਂ ਚੰਗੀ ਤਰ੍ਹਾਂ ਤੁਸੀਂ ਇਸ ਚੈਪਟਰ ਨੂੰ ਜਿਹੜਾ ਕਵਰ ਕਰਿਓ। ਚੈਪਟਰ ਦਾ ਨਾਮ ਲਿਖੋ ਜੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ। ਅੱਗੇ ਹੈਡਿੰਗ ਲਿਖੋ ਜੀ ਗੁਰੂ ਅੰਗਦ ਦੇਵ ਜੀ ਦਾ ਯੋਗਦਾਨ, ਨਾਲ ਦੀ ਨਾਲ ਜਿਹੜੇ ਤਰੀਕਾਂ ਨੇ ਉਹ ਵੀ ਨੋਟ ਕਰਦੇ ਜਾਇਓ, ਠੀਕ ਹੈ। 1539 ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਦੀ ਸੇਵਾ ਦੇਖ ਕੇ ਉਹਨਾਂ ਨੂੰ ਗੁਰਗੱਦੀ ਸੌਂਪੀ। ਭਾਈ ਲਹਿਣਾ ਦੇਖੋ ਕੁਛ ਨਾ ਆ ਸਕਦਾ ਕਿ ਕਿਹੜੇ ਗੁਰੂ ਜੀ ਦਾ ਪੁਰਾਣਾ ਨਾਮ ਭਾਈ ਲਹਿਣਾ ਸੀ, ਤਾਂ ਉਹ ਹੈਗੇ ਸੀ ਗੁਰੂ ਅੰਗਦ ਦੇਵ ਜੀ, ਠੀਕ ਹੈ। ਉਹਨਾਂ ਨੂੰ ਕਦੋਂ ਗੁਰਗੱਦੀ ਸੌਂਪੀ ਗਈ? 1539 ਦੇ ਵਿੱਚ ਸੌਂਪੀ ਗਈ, ਠੀਕ ਹੈ। ਤੇ ਉਸ ਤੋਂ ਬਾਅਦ ਇਹਨਾਂ ਨੇ ਵੱਖ-ਵੱਖ ਕੰਮ ਕੀਤੇ ਨੇ, ਜਿਸ ਤਰ੍ਹਾਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਗੁਰਮੁਖੀ ਲਿਪੀ ਦੇ ਵਿੱਚ ਸੁਧਾਰ ਕੀਤਾ, ਠੀਕ ਹੈ। ਉਹਨਾਂ ਵੱਲੋਂ ਬਾਲ ਬੋਧ ਵੀ ਜਿਹੜਾ ਤਿਆਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਿਹੜਾ ਗੁਰਮੁਖੀ ਵਰਡ ਹੈ, ਜਿਹੜਾ ਗੁਰਮੁਖੀ ਨਾਮ ਹੈ ਉਹ ਵੀ ਗੁਰੂ ਅੰਗਦ ਦੇਵ ਜੀ ਦੁਆਰਾ ਹੀ ਦਿੱਤਾ ਗਿਆ ਸੀ, ਠੀਕ ਹੈ। ਤਾਂ ਜੋ ਮੈਂ ਅੰਡਰਲਾਈਨ ਕਰਾ ਰਹੀ ਹਾਂ ਇਸ ਨੂੰ ਕਾਪੀ 'ਤੇ ਨਾਲ ਨੋਟ ਕਰਦੇ ਜਾਇਓ। ਇਸ ਤੋਂ ਬਾਅਦ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਜਿੰਨੀ ਵੀ ਬਾਣੀ ਸੀ ਉਹਨਾਂ ਨੂੰ ਇਕੱਠਾ ਕੀਤਾ, ਠੀਕ ਹੈ। ਤੇ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਸ਼ੁਰੂ ਕੀਤੀ ਹੋਈ ਪ੍ਰਥਾ ਸੀ ਲੰਗਰ ਪ੍ਰਥਾ, ਇੱਕ ਕੁਐਸਚਨ ਇਹ ਵੀ ਨੋਟ ਕਰੋ ਕਿ ਲੰਗਰ ਪ੍ਰਥਾ ਕਿਹਨਾਂ ਦੁਆਰਾ ਸ਼ੁਰੂ ਹੋਈ ਸੀ? ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਹੋਈ ਸੀ, ਠੀਕ ਹੈ। ਤੇ ਅੱਗੇ ਇਹਨਾਂ ਨੂੰ ਵਧਾਇਆ ਸੀ ਗੁਰੂ ਅੰਗਦ ਦੇਵ ਜੀ ਨੇ। ਸਾਰੀ ਸੰਗਤ ਜਿਹੜੀ ਹੈ ਇੱਕ ਹੀ ਲਾਈਨ ਦੇ ਵਿੱਚ ਬੈਠ ਕੇ ਜਿਹੜੀ ਆ ਉਹ ਲੰਗਰ ਛਕਦੀ ਸੀ, ਠੀਕ ਹੈ। ਉਸ ਤੋਂ ਬਾਅਦ ਹੈ ਕਿ ਗੁਰੂ ਅੰਗਦ ਦੇਵ ਜੀ ਦੀ ਜਿਹੜੀ ਧਰਮ ਪਤਨੀ ਸੀ ਮਾਤਾ ਖੀਵੀ, ਨਾਮ ਯਾਦ ਰੱਖਿਓ, ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ ਦਾ ਨਾਮ ਕੀ ਸੀ? ਮਾਤਾ ਖੀਵੀ ਜੀ। ਉਹ ਵੀ ਲੰਗਰ ਦੀ ਜਿਹੜੀ ਹੈ ਉਹ ਸੇਵਾ ਕਰਦੇ ਸਨ। ਤਾਂ ਉਸ ਤੋਂ ਬਾਅਦ ਨੈਕਸਟ ਪੁਆਇੰਟ ਲਿਖੋ ਜੀ ਉਦਾਸੀ ਸੰਪਰਦਾਇ ਦਾ ਖੰਡਨ, ਠੀਕ ਹੈ। ਉਦਾਸੀ ਸੰਪਰਦਾਇ ਦਾ ਖੰਡਨ ਸਭ ਤੋਂ ਪਹਿਲਾਂ ਜਿਹੜਾ ਕੀਤਾ ਹੈ ਉਹ ਕੀਤਾ ਜੀ ਗੁਰੂ ਅੰਗਦ ਦੇਵ ਜੀ ਨੇ, ਠੀਕ ਹੈ। ਕੁਐਸਚਨ ਆ ਸਕਦਾ ਕਿ ਕਿਹਨਾਂ ਵੱਲੋਂ ਉਦਾਸੀ ਸੰਪਰਦਾਇ ਦਾ ਖੰਡਨ ਕੀਤਾ ਗਿਆ ਸੀ, ਤਾਂ ਉਹ ਕੀਤਾ ਗਿਆ ਸੀ ਜੀ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੁਆਰਾ, ਠੀਕ ਹੈ। ਤੇ ਜਿਹੜੀ ਉਦਾਸੀ ਸੰਪਰਦਾਇ ਹੈ ਇਸ ਦੀ ਸ਼ੁਰੂਆਤ ਕਿਸ ਦੇ ਦੁਆਰਾ ਕੀਤੀ ਗਈ ਸੀ? ਤਾਂ ਇਹ ਕੀਤੀ ਗਈ ਸੀ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ਼੍ਰੀ ਚੰਦ ਦੇ ਦੁਆਰਾ। ਇਹ 2 ਪੁਆਇੰਟਸ ਜਿਹੜੇ ਨੇ ਕਾਪੀ ਦੇ ਵਿੱਚ ਨੋਟ ਕਰਿਓ, ਠੀਕ ਹੈ। ਇਸ ਤੋਂ ਬਾਅਦ ਫਿਰ ਦੂਜੀ ਪਾਤਸ਼ਾਹੀ ਨੇ ਜਿਹੜਾ ਇਸ ਦਾ ਬਹੁਤ ਵੱਡਾ ਖੰਡਨ ਕੀਤਾ। ਤੇ ਇਸ ਦੀ ਨੈਕਸਟ ਪੁਆਇੰਟ ਹੈ ਸੰਗਤ ਪ੍ਰਥਾ। ਤਾਂ ਗੁਰੂ ਅੰਗਦ ਦੇਵ ਜੀ ਜਿਹੜੇ ਨੇ ਖਡੂਰ ਸਾਹਿਬ ਵਿਖੇ ਜਾ ਕੇ ਜਿਹੜਾ ਧਾਰਮਿਕ ਸਭਾ ਕਰਦੇ ਸਨ, ਠੀਕ ਹੈ। ਸਰੀਰਕ ਕਸਰਤ ਕਰਨ ਦੀ ਜਿਹੜੀ ਸਿੱਖਿਆ ਉਹ ਵੀ ਦਿੱਤੀ ਜਾਂਦੀ ਸੀ, ਠੀਕ ਹੈ। ਵੱਖ-ਵੱਖ ਜਿਹੜੇ ਉੱਥੇ ਸਿੱਖ ਆਉਂਦੇ ਸੀਗੇ ਉਹ ਆਪਣਾ ਜਿਹੜਾ ਇਹ ਮਨ ਤੋਂ ਹੀ ਨਹੀਂ ਸਗੋਂ ਜਿਹੜਾ ਆਪਣਾ ਬੋਡੀ ਪੱਖੋਂ, ਕਹਿੰਦਾ ਭਾਵ ਸਰੀਰਕ ਪੱਖੋਂ ਵੀ ਉਹਨਾਂ ਨੂੰ ਜਿਹੜਾ ਮਜ਼ਬੂਤ ਕੀਤਾ ਜਾਂਦਾ ਸੀ, ਠੀਕ ਹੈ ਜੀ। ਗੁਰੂ ਅੰਗਦ ਦੇਵ ਜੀ ਦੀ ਬਾਣੀ, ਤਾਂ ਗੁਰੂ ਅੰਗਦ ਦੇਵ ਜੀ ਦੀ ਜੇਕਰ ਬਾਣੀ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੀ ਇਕੱਠੀ ਨਹੀਂ ਕੀਤੀ, ਸਗੋਂ ਉਹਨਾਂ ਨੇ ਆਪ ਵੀ 62 ਸ਼ਲੋਕਾਂ ਦੀ ਰਚਨਾ ਕੀਤੀ। ਨੰਬਰ ਯਾਦ ਰੱਖਿਓ ਕਿੰਨੇ ਸ਼ਲੋਕ? 62 ਸ਼ਲੋਕ ਦੀ ਰਚਨਾ ਕੀਤੀ, ਠੀਕ ਹੈ। ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਨਾਲ ਗੁਰੂ ਅੰਗਦ ਦੇਵ ਜੀ ਦੀ ਬਾਣੀ ਨੂੰ ਵੀ ਗੁਰੂ ਅਰਜਨ ਦੇਵ ਜੀ ਨੇ ਕਿਸ ਦੇ ਵਿੱਚ ਸ਼ਾਮਿਲ ਕੀਤਾ ਸੀ ਜੀ? ਆਦਿ ਗ੍ਰੰਥ ਦੇ ਵਿੱਚ, ਓਕੇ। ਜਨਮ ਸਾਖੀ ਦਾ ਸੰਕਲਨ ਦੀ ਜੇਕਰ ਗੱਲ ਕਰੀਏ ਤਾਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਦਾ ਵੀ ਸੰਕਲਨ ਕੀਤਾ ਹੈ, ਠੀਕ ਹੈ, ਜਿਸ ਨੂੰ ਭਾਈ ਬਾਲੇ ਦੀ ਜਨਮ ਸਾਖੀ ਕਹਿੰਦੇ ਹਨ। ਕੀ ਕਹਿੰਦੇ ਨੇ? ਭਾਈ ਬਾਲੇ ਦੀ ਜਨਮ ਸਾਖੀ, ਓਕੇ। ਤੇ ਇਸ ਤੋਂ ਬਾਅਦ ਹੈ ਗੋਇੰਦਵਾਲ ਦੀ ਸਥਾਪਨਾ। ਗੋਇੰਦਵਾਲ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ 1546 ਈਸਵੀ ਦੇ ਵਿੱਚ ਜਿਹੜੀ ਹੈ ਨੀਂਹ ਰੱਖੀ ਸੀ। ਯਾਦ ਰੱਖਿਓ ਗੁਰੂ ਅੰਗਦ ਦੇਵ ਜੀ ਨੇ ਕਦੋਂ ਨੀਂਹ ਰੱਖੀ ਗੋਇੰਦਵਾਲ ਦੀ? 1546 ਦੇ ਵਿੱਚ ਉਹਨਾਂ ਨੇ ਜਿਹੜਾ ਗੋਇੰਦਵਾਲ ਦੀ ਨੀਂਹ ਰੱਖੀ ਸੀ। ਤੇ 29 ਮਾਰਚ 1552 ਨੂੰ ਗੁਰੂ ਅੰਗਦ ਦੇਵ ਜੀ ਜਿਹੜੇ ਨੇ ਜੋਤੀ ਜੋਤ ਸਮਾ ਗਏ। ਇਸ ਤੋਂ ਪਹਿਲਾਂ ਹੀ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਜਿਹੜੀ ਹੈ ਸੌਂਪ ਦਿੱਤੀ ਗਈ ਸੀ। ਤਾਂ ਇਹ ਜਿਹੜਾ ਯੋਗਦਾਨ ਹੈਗਾ ਸੀ ਇਹ ਹੈਗਾ ਸੀ ਜੀ ਦੂਜੀ ਪਾਤਸ਼ਾਹੀ ਦੇ ਦੁਆਰਾ, ਗੁਰੂ ਅੰਗਦ ਦੇਵ ਜੀ ਦੁਆਰਾ। ਹੁਣ ਅੱਗੇ ਆਪਾਂ ਪੜ੍ਹਨ ਵਾਲੇ ਹਾਂ ਜੀ ਗੁਰੂ ਅਮਰਦਾਸ ਜੀ ਦੁਆਰਾ। ਜੋ ਵੀ ਗੁਰੂ ਅੰਗਦ ਦੇਵ ਜੀ ਦੇ ਮੇਨ ਪੁਆਇੰਟ ਸੀਗੇ, ਜਿਵੇਂ ਗੁਰਮੁਖੀ ਨਾਮ ਦਿੱਤਾ, ਠੀਕ ਹੈ, ਗੋਇੰਦਵਾਲ ਦੀ ਨੀਂਹ ਰੱਖੀ, ਬਾਕੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਹੜੇ ਇਕੱਤਰ ਕੀਤੀ, ਸੰਪਰਦਾਇ ਦਾ ਖੰਡਨ ਕੀਤਾ, ਠੀਕ ਹੈ। ਤਾਂ ਇਹ ਮੇਨ ਜਿਹੜੇ ਨੇ ਪੁਆਇੰਟਸ ਤੁਸੀਂ ਕਾਪੀ ਦੇ ਵਿੱਚ ਅਲੱਗ ਤੋਂ ਸੈਪਰੇਟ ਕਰਕੇ ਲਿਖ ਲੈ। ਹੈਡਿੰਗ ਲਿਖੋ ਜੀ ਗੁਰੂ ਅਮਰਦਾਸ ਜੀ ਦਾ ਯੋਗਦਾਨ। 1552 ਈਸਵੀ ਦੇ ਵਿੱਚ ਤੀਜੇ ਗੁਰੂ ਜਿਹੜੇ ਨੇ ਗੁਰਗੱਦੀ ਉੱਤੇ ਬੈਠੇ। ਉਸ ਸਮੇਂ ਉਹਨਾਂ ਦੀ ਉਮਰ ਜਿਹੜੀ ਹੈ 73 ਸਾਲਾਂ ਦੀ ਸੀ, ਠੀਕ ਹੈ। ਕਿੰਨੇ ਸਾਲਾਂ ਦੀ ਸੀ? 73 ਸਾਲਾਂ ਦੀ।
ਤੇ ਉਹਨਾਂ ਵੱਲੋਂ ਜਿਹੜੇ ਇੰਪੋਰਟੈਂਟ ਕਾਰਜ ਕੀਤੇ ਗਏ ਨੇ ਉਹਨਾਂ ਵਿੱਚੋਂ ਇੱਕ ਹੈਗਾ ਜੀ ਗੋਇੰਦਵਾਲ ਵਿਖੇ ਬੋਲੀ ਦਾ ਨਿਰਮਾਣ ਕੀਤਾ ਗਿਆ। ਦੇਖੋ ਦੋ ਤਰ੍ਹਾਂ ਦੇ ਨਾਲ ਕੁਐਸਚਨ ਬਣ ਸਕਦਾ ਹੈ। ਸਭ ਤੋਂ ਪਹਿਲਾਂ ਕੁਐਸਚਨ ਬਣੇਗਾ ਕਿ ਗੋਇੰਦਵਾਲ ਦੀ ਜਿਹੜੀ ਨੀਂਹ ਕਿਸਨੇ ਰੱਖੀ ਜਾਂ ਸਥਾਪਨਾ ਕਿਸਨੇ ਕੀਤੀ, ਉਹ ਕੀਤੀ ਸੀ ਜੀ ਗੁਰੂ ਅੰਗਦ ਦੇਵ ਜੀ ਨੇ। ਜੇਕਰ ਕੁਐਸਚਨ ਆਵੇ ਕਿ ਗੋਇੰਦਵਾਲ ਵਿਖੇ ਬੋਲੀ ਦਾ ਨਿਰਮਾਣ ਕਿਸਨੇ ਕੀਤਾ ਤਾਂ ਉਹ ਕੀਤਾ ਗੁਰੂ ਅਮਰਦਾਸ ਜੀ ਨੇ। ਠੀਕ ਹੈ, ਦੋਨਾਂ ਦੇ ਵਿੱਚ ਡਿਫਰੈਂਸ ਹੈ, ਧਿਆਨ ਦੇ ਨਾਲ ਜਿਹੜਾ ਨੋਟ ਕਰ ਲਿਓ, ਕਨਫਿਊਜ਼ ਨਹੀਂ ਹੋਣਾ। ਤਾਂ ਗੋਇੰਦਵਾਲ ਵਿਖੇ ਬੋਲੀ ਦਾ ਨਿਰਮਾਣ ਜਿਹੜਾ ਗੁਰੂ ਅਮਰਦਾਸ ਜੀ ਦੇ ਦੁਆਰਾ ਜਿਹੜਾ ਹੈ ਉਹ ਕੀਤਾ ਗਿਆ। ਕਦੋਂ? ਤਾਂ ਇਸ ਬੋਲੀ ਦੇ ਵਿੱਚ ਜਿਹੜੀਆਂ ਨੇ 84 ਪੌੜੀਆਂ ਬਣਾਈਆਂ ਗਈਆਂ ਸੀ। ਠੀਕ ਹੈ, ਕਿੰਨੀਆਂ ਨੇ? 84। ਉਸ ਤੋਂ ਬਾਅਦ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ ਗਿਆ ਸੀ। ਗੁਰਬਾਣੀ ਦਾ ਸੰਕਲਨ ਅਤੇ ਰਚਨਾ ਦੀ ਜੇਕਰ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਗੁਰੂ ਅੰਗਦ ਦੇਵ ਜੀ ਨੇ ਇਕੱਠਾ ਕੀਤਾ, ਪਰ ਕੰਮ ਜਿਹੜਾ ਉਸ ਸਮੇਂ ਪੂਰਾ ਨਹੀਂ ਸੀ ਹੋ ਸਕਿਆ। ਤਾਂ ਬਾਕੀ ਜਿਹੜਾ ਕੰਮ ਜਾਰੀ ਰੱਖਿਆ ਤਾਂ ਉਹ ਕੀਤਾ ਜੀ ਗੁਰੂ ਅਮਰਦਾਸ ਜੀ ਨੇ, ਜਿਹੜਾ ਕੰਮ ਇਸ ਦਾ ਜਾਰੀ ਰੱਖਿਆ। ਉਹਨਾਂ ਨੇ ਆਪ ਵੀ 907 ਸ਼ਬਦਾਂ ਦੀ ਰਚਨਾ ਕੀਤੀ। ਦੇਖੋ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਆਪਾਂ ਨੇ ਬਾਣੀ ਵੀ ਦੱਸੀ ਹੈ। ਠੀਕ ਹੈ, ਗੁਰੂ ਅੰਗਦ ਦੇਵ ਜੀ ਦੇ 62 ਸ਼ਲੋਕ ਨੇ, ਤਾਂ ਹੁਣ ਤੀਜੇ ਗੁਰੂ ਜੀ ਨੇ ਜਿਨ੍ਹਾਂ ਨੇ 907 ਸ਼ਬਦਾਂ ਦੀ ਜਿਹੜੀ ਹੈ ਰਚਨਾ ਕੀਤੀ ਹੈ। ਇਸ ਦੇ ਨਾਲ ਨਾਲ ਜਿਹੜੇ ਨੇ ਗੁਰੂ ਅਮਰਦਾਸ ਜੀ ਨੇ ਅਨੇਕਾਂ ਭਗਤਾਂ ਦੇ ਸ਼ਲੋਕ ਅਤੇ ਭਜਨ ਵੀ ਜਿਹੜੇ ਨੇ ਉਹ ਇਕੱਠੇ ਕੀਤੇ। ਠੀਕ ਹੈ, ਤੇ ਅੱਗੇ ਹੈਗਾ ਜੀ ਮੰਜੀ ਪ੍ਰਥਾ। ਵੈਰੀ ਇੰਪੋਰਟੈਂਟ ਕੁਐਸਚਨ ਆ ਸਕਦਾ ਮੰਜੀ ਪ੍ਰਥਾ ਬਾਰੇ। ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਸਿੱਖਾਂ ਦੀ ਸੰਖਿਆ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਗਈ ਸੀ, ਲੇਕਿਨ ਜਿਹੜਾ ਕੰਮ ਸਾਂਭਣਾ ਇੱਕ ਵਿਅਕਤੀਗਤ ਮਤਲਬ ਕਿਸੇ ਇੱਕ ਪਰਸਨ ਵੱਲੋਂ ਕੰਮ ਸਾਂਭਣਾ ਜਿਹੜਾ ਔਖਾ ਹੋ ਗਿਆ ਸੀ। ਇਸ ਲਈ ਸਿੱਖਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਗੁਰੂ ਅਮਰਦਾਸ ਜੀ ਨੇ ਕੀ ਕੀਤਾ? ਮੰਜੀ ਪ੍ਰਥਾ ਦੀ ਸਥਾਪਨਾ ਕੀਤੀ। ਠੀਕ ਹੈ, ਕੁਐਸਚਨ ਆ ਸਕਦਾ ਕਿ ਮੰਜੀ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ? ਤਾਂ ਉਹ ਕੀਤੀ ਸੀ ਤੀਜੇ ਗੁਰੂ ਜੀ ਨੇ। ਠੀਕ ਹੈ, ਉਹਨਾਂ ਨੇ ਆਪਣੇ ਅਧਿਆਤਮਿਕ ਸਾਮਰਾਜ ਨੂੰ 22 ਹਿੱਸਿਆਂ ਦੇ ਵਿੱਚ ਵੰਡਿਆ, ਜਿਸ ਨੂੰ ਕਿ 22 ਮੰਜੀਆਂ ਕਹਿੰਦੇ ਨੇ। ਤਾਂ ਇਸ ਪ੍ਰਥਾ ਦਾ ਨਾਮ ਮੰਜੀ ਪ੍ਰਥਾ ਕਿਉਂ ਰੱਖਿਆ ਗਿਆ? ਕਿਉਂਕਿ ਉਸ ਸਮੇਂ ਜਿਹੜੇ ਸਿੱਖ ਮੰਜੀ ਉੱਤੇ ਬੈਠ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਸਨ, ਇਸ ਲਈ ਧਰਮ ਪ੍ਰਚਾਰ ਦੀ ਇਸ ਪ੍ਰਥਾ ਨੂੰ ਜਿਹੜਾ ਮੰਜੀ ਪ੍ਰਥਾ ਕਿਹਾ ਜਾਣ ਲੱਗਿਆ ਸੀ। ਠੀਕ ਹੈ, ਉਸ ਤੋਂ ਬਾਅਦ ਉਦਾਸੀਆਂ ਨਾਲੋਂ ਸਿੱਖਾਂ ਨੂੰ ਵੱਖ ਕਰਨਾ, ਜਿਸ ਤਰ੍ਹਾਂ ਕਿ ਦੂਜੀ ਪਾਤਸ਼ਾਹੀ ਦੇ ਦੁਆਰਾ ਵੀ ਖੰਡਨ ਕੀਤਾ ਗਿਆ ਸੀ। ਤਾਂ ਇਹਨਾਂ ਵੱਲੋਂ ਵੀ ਜਿਹੜਾ ਇਸ ਦੇ ਵਿੱਚ ਥੋੜ੍ਹਾ ਬਹੁਤ ਜਿਹੜਾ ਯੋਗਦਾਨ ਆ ਉਹ ਦਿੱਤਾ ਗਿਆ ਸੀ। ਠੀਕ ਹੈ, ਸਮਾਜਿਕ ਸੁਧਾਰਾਂ ਦੇ ਵਿੱਚ ਦੇਖੋ ਇੱਕ ਪੁਆਇੰਟ ਜਿਹੜਾ ਸੈਪਰੇਟ ਲਿਖੋ ਕਿ ਸਮਾਜਿਕ ਸੁਧਾਰਾਂ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਗੁਰੂ ਅਮਰਦਾਸ ਜੀ ਦਾ ਹੀ ਰਿਹਾ। ਉਹ ਜਿਹੜੇ ਨੇ ਉੱਚ ਕੋਟੀ ਦੇ ਸਮਾਜ ਸੁਧਾਰਕ ਸਨ। ਜਿੰਨੇ ਵੀ ਪੁਰਾਣੇ ਰੀਤੀ ਰਿਵਾਜ ਜਿਹੜੇ ਬਹੁਤ ਹੀ ਜ਼ਿਆਦਾ ਜਿਨ੍ਹਾਂ ਦਾ ਅਸਰ ਸਮਾਜ 'ਤੇ ਬਹੁਤ ਜ਼ਿਆਦਾ ਗਲਤ ਪੈ ਰਿਹਾ ਸੀ, ਉਹਨਾਂ ਦਾ ਜਿਹੜਾ ਉਹਨਾਂ ਨੇ ਖੰਡਨ ਕੀਤਾ। ਜਿਸ ਤਰ੍ਹਾਂ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਗੱਲ ਕਰੀਏ, ਜਾਤੀ ਭੇਦਭਾਵ ਹੋ ਗਿਆ, ਛੂਤ ਛਾਤ ਦਾ ਵਿਰੋਧ ਕੀਤਾ। ਠੀਕ ਹੈ, ਸਤੀ ਪ੍ਰਥਾ ਦੀ ਨਿਖੇਧੀ ਕੀਤੀ, ਪਰਦੇ ਦੀ ਜਿਹੜੀ ਪ੍ਰਥਾ ਕੀਤੀ ਜਾਂਦੀ ਸੀ ਉਸ ਦੀ ਨਿਖੇਧੀ ਕੀਤੀ ਹੈ। ਠੀਕ ਹੈ, ਨਸ਼ਿਆਂ ਦੀ ਨਿਖੇਧੀ ਕੀਤੀ। ਤਾਂ ਇਸ ਤਰ੍ਹਾਂ ਦੇ ਸਮਾਜ ਸੁਧਾਰਕ ਜਿਹੜੇ ਕੰਮ ਨੇ ਉਹਨਾਂ ਵੱਲੋਂ ਕੀਤੇ ਗਏ। ਠੀਕ ਹੈ, ਗੁਰੂ ਅਮਰਦਾਸ ਜੀ ਦੇ ਦੁਆਰਾ ਜਿਹੜੀ ਆਨੰਦ ਸਾਹਿਬ ਦੀ ਰਚਨਾ ਕੀਤੀ ਗਈ ਸੀ। ਕੁਐਸਚਨ ਆ ਸਕਦਾ ਕਿ ਆਨੰਦ ਸਾਹਿਬ ਪਾਠ ਦੀ ਜਿਹੜੀ ਬਾਣੀ ਹੈ ਜਾਂ ਆਨੰਦ ਸਾਹਿਬ ਬਾਣੀ ਕਿਹਨਾਂ ਦੀ ਰਚਨਾ? ਤਾਂ ਉਹ ਹੈਗੀ ਹੈ ਜੀ ਗੁਰੂ ਅਮਰਦਾਸ ਜੀ ਦੀ। ਠੀਕ ਹੈ, ਜਿਸ ਨੂੰ ਕਿ ਜਨਮ, ਵਿਆਹ ਅਤੇ ਹੋਰ ਖੁਸ਼ੀਆਂ ਦੇ ਮੌਕੇ 'ਤੇ ਜਿਹੜਾ ਇਸ ਦਾ ਪਾਠ ਕੀਤਾ ਜਾਂਦਾ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਹੈ ਸਮਰਾਟ ਅਕਬਰ ਦਾ ਗੋਇੰਦਵਾਲ ਵਿੱਚ ਆਉਣਾ। ਤਾਂ ਹੁਣ ਕੁਐਸਚਨ ਇਹ ਆ ਸਕਦਾ ਹੈ ਕਿ ਅਕਬਰ ਕਿਹੜੇ ਗੁਰੂ ਕਾਲ ਦੇ ਵਿੱਚ ਆਇਆ ਸੀ? ਕਿਹਨਾਂ ਦੇ ਗੁਰੂ ਕਾਲ ਦੇ ਵਿੱਚ ਆਇਆ ਸੀ? ਤਾਂ ਉਹ ਗੁਰੂ ਅਮਰਦਾਸ ਜੀ ਦੇ ਕਾਲ ਦੇ ਵਿੱਚ ਹੀ ਸੀ। ਠੀਕ ਹੈ, ਤਾਂ ਉਹ ਗੋਇੰਦਵਾਲ ਵਿਖੇ ਆਏ ਸਨ। ਜਦੋਂ ਉਹਨਾਂ ਨੇ ਕਾਫੀ ਕੁਝ ਸੁਣਿਆ ਗੁਰੂ ਜੀ ਬਾਰੇ, ਤਾਂ ਉਹਨਾਂ ਨੇ ਜਿਹੜਾ ਇਹ ਦੇਖਣਾ ਚਾਹਿਆ, ਉਹਨਾਂ ਦੀ ਅਧਿਆਤਮਿਕ ਮਹਾਨਤਾ ਨੂੰ ਮੁੱਖ ਰੱਖ ਕੇ ਜਿਹੜੇ ਨੇ ਉਹ ਗੁਰੂ ਜੀ ਦੀ ਦਰਸ਼ਨਾਂ ਦੇ ਲਈ ਆਏ ਸੀ। ਠੀਕ ਹੈ, ਤੇ ਅਕਬਰ ਸੀ ਉਹ ਚਿੱਤੌੜਗੜ੍ਹ ਦੀ ਜਿੱਤ ਤੋਂ ਬਾਅਦ 1567 ਦੇ ਵਿੱਚ ਜਿਹੜਾ ਗੋਇੰਦਵਾਲ ਆਇਆ ਸੀ। ਠੀਕ ਹੈ, ਤਾਂ ਇਸ ਕਰਕੇ ਫਿਰ ਉਹ ਗੁਰੂ ਅਮਰਦਾਸ ਜੀ ਤੋਂ ਬਹੁਤ ਜ਼ਿਆਦਾ ਜਿਹੜੇ ਨੇ ਪ੍ਰਭਾਵਿਤ ਹੋਏ ਸਨ। ਗੁਰੂ ਜੀ ਦੀ ਬੇਟੀ ਬੀਬੀ ਭਾਨੀ ਨੂੰ ਜ਼ਮੀਨ ਵੀ ਦਿੱਤੀ ਸੀ। ਬੀਬੀ ਭਾਨੀ ਕਿਹਨਾਂ ਦੀ ਬੇਟੀ ਸੀ? ਗੁਰੂ ਅਮਰਦਾਸ ਜੀ ਦੀ ਬੇਟੀ ਸੀ। ਠੀਕ ਹੈ, ਤੇ ਅਕਬਰ ਨੇ ਉਹਨਾਂ ਨੂੰ ਕੀ ਦਿੱਤੀ ਸੀ? ਜ਼ਮੀਨ ਦਿੱਤੀ ਸੀ। ਉਸ ਤੋਂ ਬਾਅਦ ਉੱਤਰਾਧਿਕਾਰੀ ਦੀ ਨਿਯੁਕਤੀ ਦੀ ਜੇਕਰ ਗੱਲ ਕਰੀਏ ਤਾਂ ਗੁਰੂ ਅਮਰਦਾਸ ਜੀ 95 ਸਾਲ ਦੀ ਉਮਰ ਤੱਕ ਸਿੱਖਾਂ ਦੀ ਰਹਿਨੁਮਾਈ ਕਰਦੇ ਰਹੇ। ਕੁਐਸਚਨ ਆ ਸਕਦਾ ਹੈ ਕਿ ਜਿੰਨਾ ਵੀ ਗੁਰੂ ਪੀਰੀਅਡ ਰਿਹਾ ਹੈ, ਗੁਰੂ ਕਾਲ ਰਿਹਾ ਹੈ, ਠੀਕ ਹੈ, ਉਸ ਦੇ ਵਿੱਚ ਸਭ ਤੋਂ ਵੱਧ ਜਿਹੜਾ ਸੇਵਾ ਕਿਹਨਾਂ ਦੁਆਰਾ ਕੀਤੀ ਗਈ? ਤਾਂ ਉਹ ਕੀਤੀ ਗਈ ਗੁਰੂ ਅਮਰਦਾਸ ਜੀ ਦੁਆਰਾ। ਲਗਭਗ 95 ਸਾਲ ਤੱਕ ਉਹਨਾਂ ਨੇ ਜਿਹੜੀ ਹੈ ਉਹ ਸੇਵਾ ਕੀਤੀ ਹੈ। 1574 ਈਸਵੀ ਦੇ ਵਿੱਚ ਫਿਰ ਉਹ ਜੋਤੀ ਜੋਤ ਜਿਹੜੇ ਨੇ ਉਹ ਸਮਾ ਗਏ ਸਨ। ਠੀਕ ਹੈ, ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਜਵਾਈ ਭਾਈ ਜੇਠਾ ਜੀ ਨੂੰ ਗੁਰਗੱਦੀ ਜਿਹੜੀ ਹੈ ਸੌਂਪੀ ਸੀ, ਜਿਨ੍ਹਾਂ ਦਾ ਨਾਮ ਹੈਗਾ ਜੀ ਗੁਰੂ ਰਾਮਦਾਸ ਜੀ। ਤਾਂ ਇਹ ਯੋਗਦਾਨ ਹੈਗਾ ਸੀ ਜੀ ਗੁਰੂ ਅਮਰਦਾਸ ਜੀ। ਆਪਾਂ ਨੇ ਟੌਪਿਕ ਕੀਤਾ ਇੰਨੇ ਕੁ MCQ ਆਪਾਂ ਜਿਹੜਾ ਸੋਲਵ ਕਰ ਲਈਏ। ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਕਦੋਂ ਸੌਂਪੀ ਸੀ? ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈਗਾ ਜੀ 1539 ਈਸਵੀ ਦੇ ਵਿੱਚ। ਸੈਕਿੰਡ ਹੈ ਜੀ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਬਾਲ ਬੋਧ ਕਿਉਂ ਤਿਆਰ ਕਰਵਾਇਆ ਸੀ? ਭਾਸ਼ਾ ਦੇ ਪ੍ਰਚਾਰ ਲਈ, ਪੰਜਾਬੀ ਸਾਹਿਤ ਦੇ ਪ੍ਰਚਾਰ ਲਈ, ਜਾਂ ਫਿਰ ਗੁਰਬਾਣੀ ਦੇ ਜਾਂ ਪੰਜਾਬੀ ਲਿਪੀ ਦੇ ਪ੍ਰਚਾਰ ਲਈ? ਤਾਂ ਇਹਦਾ ਸਹੀ ਆਨਸਰ ਹੈ ਕਿ ਪੰਜਾਬੀ ਲਿਪੀ ਦੇ ਪ੍ਰਚਾਰ ਦੇ ਲਈ ਹੀ ਉਹਨਾਂ ਨੇ ਜਿਹੜਾ ਬਾਲ ਬੋਧ ਤਿਆਰ ਕਰਵਾਇਆ ਸੀ। ਥਰਡ ਕੁਐਸਚਨ ਹੈ ਜੀ ਮਾਤਾ ਖੀਵੀ ਜੀ ਕੌਣ ਸਨ? ਤਾਂ ਇਹ ਹੈਗੀ ਸੀ ਜੀ ਗੁਰੂ ਅੰਗਦ ਦੇਵ ਜੀ ਦੀ ਪਤਨੀ। ਠੀਕ ਹੈ, ਇਹ ਵੀ ਜ਼ਰੂਰ ਜਿਹੜਾ ਯਾਦ ਰੱਖਿਓ। ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਨਾਮ ਹੈਗਾ ਸੀ ਜੀ ਮਾਤਾ ਖੀਵੀ ਜੀ, ਜਿਨ੍ਹਾਂ ਨੇ ਲੰਗਰ ਪ੍ਰਥਾ ਦੇ ਵਿੱਚ ਆਪਣਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਪਾਇਆ ਹੈ। ਨੈਕਸਟ ਕੁਐਸਚਨ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ 1546 ਈਸਵੀ ਦੇ ਵਿੱਚ ਕਿਹੜਾ ਨਗਰ ਵਸਾਇਆ ਸੀ? ਤਾਂ ਉਹ ਵਸਾਇਆ ਸੀ ਜੀ ਸ਼੍ਰੀ ਗੁਰੂ ਗੋਇੰਦਵਾਲ ਸਾਹਿਬ। ਤਰੀਕ ਯਾਦ ਰੱਖਿਓ, ਕਿਹੜੀ ਜਗ੍ਹਾ ਹੈ ਜਾਂ ਕਿਹੜਾ ਨਗਰ ਹੈ ਤੇ ਕਿਹਨਾਂ ਦੁਆਰਾ। ਬਸ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਤੁਸੀਂ ਯਾਦ ਰੱਖਣਾ ਨੇ, ਕਾਪੀ ਦੇ ਵਿੱਚ ਨੋਟ ਕਰ ਲੈਣਾ। ਅੱਗੇ ਹੈਗਾ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਦੁਆਰਾ ਨਿਰਮਾਣ ਕਰਵਾਈ ਗਈ ਬੋਲੀ ਦਾ ਦੂਜਾ ਨਾਮ ਕੀ ਹੈ? ਜਲ ਸਰੋਤ। ਠੀਕ ਹੈ, ਪਹਿਲਾ ਨਾਮ ਤਾਂ ਆਪਾਂ ਨੇ ਸੁਣਿਆ ਕਿ ਗੋਇੰਦਵਾਲ ਵਿਖੇ ਬੋਲੀ ਦਾ ਨਿਰਮਾਣ ਕਿਹਾ, ਲੇਕਿਨ ਉਸਨੂੰ ਜਲ ਸਰੋਤ ਵੀ ਕਿਹਾ ਜਾਂਦਾ ਸੀ। ਠੀਕ ਹੈ, ਸੁਣਾਵੇ ਕਿ ਗੋਇੰਦਵਾਲ ਵਿਖੇ ਜਲ ਸਰੋਤ ਦਾ ਨਿਰਮਾਣ ਕਿਸਨੇ ਕਰਵਾਇਆ? ਤਾਂ ਉਸਦਾ ਵੀ ਸਹੀ ਆਨਸਰ ਗੁਰੂ ਅਮਰਦਾਸ ਜੀ ਹੀ ਹੋਏਗਾ। ਠੀਕ ਹੈ, ਤਾਂ ਨੈਕਸਟ ਕੁਐਸਚਨ ਹੈ ਕਿਸ ਮੁਗਲ ਸਮਰਾਟ ਨੂੰ ਗੁਰੂ ਅਮਰਦਾਸ ਜੀ ਨੂੰ ਮਿਲਣ ਤੋਂ ਪਹਿਲਾਂ ਲੰਗਰ ਵਿੱਚ ਭੋਜਨ ਛਕਣਾ ਪਿਆ ਸੀ? ਤਾਂ ਅਕਬਰ ਸੀ। ਜਦੋਂ ਅਕਬਰ
ਬਾਬਰ ਮਿਲਣ ਆਇਆ ਸੀ ਤਾਂ ਉਸਨੇ ਪਹਿਲਾਂ ਜਿਹੜਾ ਲੰਗਰ ਛਕਿਆ ਸੀ। ਠੀਕ ਹੈ, ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਅਧਿਆਤਮਿਕ ਸਾਮਰਾਜ ਨੂੰ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਸੀ? ਤਾਂ ਉਹ ਵੰਡਿਆ ਸੀ ਜੀ 22 ਹਿੱਸਿਆਂ ਦੇ ਵਿੱਚ, ਜਿਸ ਨੂੰ 22 ਮੰਜੀਆਂ ਵੀ ਕਹਿੰਦੇ ਨੇ। ਓਕੇ, ਤਾਂ ਉਸ ਕੁਐਸਚਨ ਹੈ ਕਿ ਅਸਲ ਵਿੱਚ ਸਤੀ ਉਹ ਨਾਰੀ ਹੈ ਜੋ ਆਪਣੇ ਪਤੀ ਦੇ ਵਿਯੋਗ ਦੇ ਦੁੱਖ ਅਤੇ ਪੀੜਾ ਨੂੰ ਸਹਿਣ ਕਰਦੀ ਹੈ। ਇਹ ਸ਼ਬਦ ਕਿਹੜੇ ਗੁਰੂ ਸਾਹਿਬਾਨ ਜੀ ਦੇ ਨੇ? ਤਾਂ ਇਹ ਹੈਗੇ ਨੇ ਜੀ ਗੁਰੂ ਅਮਰਦਾਸ ਜੀ ਦੇ। ਠੀਕ ਹੈ, ਤੀਜੇ ਗੁਰੂ ਜੀ ਦੇ ਦੁਆਰਾ ਜਿਹੜਾ ਹੈ ਸਤੀ ਪ੍ਰਥਾ ਦਾ ਜਿਹੜਾ ਖੰਡਨ ਕੀਤਾ ਗਿਆ ਸੀ। ਨੈਕਸਟ ਕੁਐਸਚਨ ਹੈ ਆਨੰਦਨਾਮੀ ਬਾਣੀ ਕਿਸ ਗੁਰੂ ਜੀ ਦੀ ਰਚਨਾ ਹੈ? ਤਾਂ ਇਹ ਹੈਗੀ ਹੈ ਜੀ ਗੁਰੂ ਅਮਰਦਾਸ ਜੀ ਦੀ। ਵੈਰੀ ਵੈਰੀ ਇੰਪੋਰਟੈਂਟ ਹੈ, ਇਹ ਨੋਟ ਕਰ ਲਿਓ। ਠੀਕ ਹੈ, ਅੱਗੇ ਕੁਐਸਚਨ ਹੈਗਾ ਜੀ ਗੁਰੂ ਚੱਕ ਸ਼ਹਿਰ ਕਿਸ ਗੁਰੂ ਸਾਹਿਬ ਨੇ ਵਸਾਇਆ ਸੀ? ਤਾਂ ਇੱਥੇ ਦਾ ਕੁਐਸਚਨ ਨੰਬਰ 9 ਤੱਕ ਆਪਾਂ ਪੜ੍ਹ ਚੁੱਕੇ ਹਾਂ। ਹੁਣ ਆਪਾਂ ਅੱਗੇ ਪੜ੍ਹਨ ਵਾਲੇ ਹਾਂ ਗੁਰੂ ਰਾਮਦਾਸ ਜੀ ਬਾਰੇ। ਉਸ ਤੋਂ ਬਾਅਦ ਇਹਨਾਂ ਦੇ ਜਿਹੜੇ MCQ ਨੇ ਉਹ ਸੋਲਵ ਕਰਾਂਗੇ। ਤਾਂ ਹੈਡਿੰਗ ਲਿਖੋ ਜੀ ਗੁਰੂ ਰਾਮਦਾਸ ਜੀ ਦਾ ਯੋਗਦਾਨ 1574 ਤੋਂ ਲੈ ਕੇ 1581 ਤੱਕ। ਚੌਥੇ ਗੁਰੂ ਜੀ ਜਿਹੜੇ 1574 ਤੋਂ 1581 ਤੱਕ ਗੁਰੂ ਰਹੇ, ਉਹਨਾਂ ਨੇ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਸਿੱਖ ਇਤਿਹਾਸ ਦੇ ਵਿੱਚ ਪਾਇਆ ਹੈ। ਸਭ ਤੋਂ ਪਹਿਲਾਂ ਹੈਗਾ ਜੀ ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਨੀਂਹ। ਵੈਰੀ ਵੈਰੀ ਇੰਪੋਰਟੈਂਟ ਹੈ। ਠੀਕ ਹੈ, ਅੰਮ੍ਰਿਤਸਰ ਦੀ ਨੀਂਹ ਜਿਸ ਦਾ ਪੁਰਾਣਾ ਨਾਮ ਰਾਮਦਾਸਪੁਰ ਸੀ, ਉਸ ਦੀ ਨੀਂਹ ਜਿਹੜੀ ਹੈ ਰਾਮਦਾਸ ਜੀ ਗੁਰੂ ਰਾਮਦਾਸ ਜੀ ਦੇ ਦੁਆਰਾ ਹੀ ਜਿਹੜੀ ਹੈ ਉਹ ਰੱਖੀ ਗਈ ਸੀ। ਠੀਕ ਹੈ, ਤੇ ਇਸ ਤੋਂ ਬਾਅਦ ਜੇਕਰ ਕੁਐਸਚਨ ਆਵੇ ਕਿ ਭਾਈ ਜੇਠਾ ਕਿਹੜੇ ਗੁਰੂ ਜੀ ਦਾ ਪੁਰਾਣਾ ਨਾਮ ਹੈ? ਤਾਂ ਉਹ ਹੈਗਾ ਹੈ ਜੀ ਗੁਰੂ ਰਾਮਦਾਸ ਜੀ ਦਾ। ਠੀਕ ਹੈ, ਗੁਰੂ ਰਾਮਦਾਸ ਜੀ ਦਾ ਪੁਰਾਣਾ ਨਾਮ ਜਿਹੜਾ ਹੈ ਉਹ ਭਾਈ ਜੇਠਾ ਸੀ। ਮਸੰਦ ਪ੍ਰਥਾ ਦਾ ਆਰੰਭ ਵੈਰੀ ਵੈਰੀ ਇੰਪੋਰਟੈਂਟ। ਦੇਖੋ ਜ਼ਿਆਦਾਤਰ ਇੰਪੋਰਟੈਂਟ ਕਾਰਜ ਜਿਨ੍ਹਾਂ ਵੱਲੋਂ ਹੀ ਕੀਤੇ ਗਏ ਸੀ। ਠੀਕ ਹੈ, ਕੁਐਸਚਨ ਆ ਸਕਦਾ ਮਸੰਦ ਪ੍ਰਥਾ ਦਾ ਆਰੰਭ ਕਿਸ ਨੇ ਕੀਤਾ? ਗੁਰੂ ਰਾਮਦਾਸ ਜੀ ਨੇ। ਠੀਕ ਹੈ, ਕਿਹਨਾਂ ਦੁਆਰਾ ਕੀਤਾ? ਗੁਰੂ ਰਾਮਦਾਸ ਜੀ ਦੇ ਦੁਆਰਾ ਜਿਹੜਾ ਮਸੰਦ ਪ੍ਰਥਾ ਦਾ ਆਰੰਭ ਕੀਤਾ ਗਿਆ ਸੀ। ਇਸ ਦੇ ਵਿੱਚ ਕੀ ਹੁੰਦਾ ਸੀ? ਇਸ ਦੇ ਵਿੱਚ ਦੇਖੋ ਜਿਹੜੇ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਸੰਤੋਖਸਰ ਸਰੋਵਰ ਦੀ ਖੁਦਾਈ ਇਹਨਾਂ ਦਾ ਕੰਮ ਸ਼ੁਰੂ ਹੋਇਆ। ਠੀਕ ਹੈ, ਤਾਂ ਉਸ ਦੇ ਵਿੱਚ ਜਿਹੜੀ ਹੈ ਪੈਸੇ ਦੀ ਜ਼ਰੂਰਤ ਸੀ, ਤਾਂ ਇਸ ਲਈ ਗੁਰੂ ਰਾਮਦਾਸ ਜੀ ਨੇ ਕੁਝ ਸ਼ਰਧਾਲੂ ਸਿੱਖਾਂ ਨੂੰ ਧਨ ਇਕੱਠਾ ਕਰਨ ਦੇ ਲਈ ਕਾਫੀ ਥਾਵਾਂ 'ਤੇ ਭੇਜਿਆ ਗਿਆ। ਇਹਨਾਂ ਸਿੱਖਾਂ ਨੂੰ ਕੀ ਕਿਹਾ ਜਾਣ ਲੱਗਿਆ ਸੀ? ਮਸੰਦ ਕਿਹਾ ਜਾਣ ਲੱਗਾ ਸੀ। ਠੀਕ ਹੈ, ਤਾਂ ਉਦੋਂ ਤੋਂ ਹੀ ਮਸੰਦ ਪ੍ਰਥਾ ਦੀ ਜਿਹੜੀ ਹੈ ਸ਼ੁਰੂਆਤ ਹੈ ਉਹ ਹੋ ਗਈ ਸੀ। ਇਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਜੀ ਸਿੱਖਾਂ ਅਤੇ ਉਦਾਸੀਆਂ ਵਿੱਚ ਸਮਝੌਤਾ। ਜਿਵੇਂ ਕਿ ਆਪਾਂ ਨੇ ਪਿੱਛੇ ਵੀ ਪੜ੍ਹਿਆ ਕਿ ਉਦਾਸੀਆਂ ਦਾ ਜਿਹੜਾ ਖੰਡਨ ਕੀਤਾ ਗਿਆ ਹੈ। ਤਾਂ ਜਿਹੜੇ ਉਦਾਸੀ ਮੱਤ ਦੇ ਬਾਨੀ ਬਾਬਾ ਸ਼੍ਰੀ ਚੰਦ ਸੀਗੇ, ਠੀਕ ਹੈ, ਬਾਨੀ ਮਤਲਬ ਮੋਢੀ, ਤਾਂ ਉਹ ਕੀ ਹੈ ਉਹਨਾਂ ਨੇ ਗੁਰੂ ਰਾਮਦਾਸ ਜੀ ਦੀ ਜਦੋਂ ਪ੍ਰਸ਼ੰਸਾ ਸੁਣੀ, ਉਪਮਾ ਸੁਣੀ, ਤਾਂ ਉਹ ਕੀ ਹੋਇਆ ਉਹਨਾਂ ਦੇ ਅੰਦਰ ਇੱਕ ਚਾਹ ਪੈਦਾ ਹੋਈ ਮਿਲਣ ਦੀ। ਤੇ ਜਦੋਂ ਉਹਨਾਂ ਨੂੰ ਮਿਲੀ, ਉਹਨਾਂ ਦੀ ਆਪਸ ਦੇ ਵਿੱਚ ਵਾਰਤਾਲਾਪ ਹੋਈ, ਤਾਂ ਜਿਹੜੇ ਬਾਬਾ ਸ਼੍ਰੀ ਚੰਦ ਨੇ ਉਹ ਗੁਰੂ ਰਾਮਦਾਸ ਜੀ ਦੀ ਨਿਮਰਤਾ ਅਤੇ ਉੱਤਮ ਗੁਣਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਜਿਹੜੇ ਨੇ ਉਹ ਪ੍ਰਭਾਵਿਤ ਹੋਏ। ਠੀਕ ਹੈ, ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਸਿੱਖਾਂ ਦਾ ਵਿਰੋਧ ਕਰਨਾ ਜਿਹੜਾ ਉਹ ਛੱਡ ਦਿੱਤਾ ਸੀ। ਉਸ ਤੋਂ ਬਾਅਦ ਹੈਗਾ ਜੀ ਸਿੱਖ ਧਰਮ ਦੇ ਵਿਕਾਸ ਦੇ ਲਈ ਹੋਰ ਕਾਰਜ ਜਿਹੜੇ ਗੁਰੂ ਰਾਮਦਾਸ ਜੀ ਦੁਆਰਾ ਕੀਤੇ ਗਏ ਨੇ ਉਹ ਕੀ ਨੇ? ਤਾਂ ਉਹਨਾਂ ਨੇ ਕਈ ਸਾਰੇ ਤਰ੍ਹਾਂ ਦੇ ਕਾਰਜ ਕੀਤੇ। ਉਹਨਾਂ ਦੇ ਸਮੇਂ ਦੇ ਵਿੱਚ ਸੰਗਤ ਪੰਗਤ ਮੰਜੀ ਪ੍ਰਥਾ ਆਦਿ ਪ੍ਰਥਾਵਾਂ ਪਹਿਲਾਂ ਵਾਂਗ ਹੀ ਸਹੀ ਤਰੀਕੇ ਨਾਲ ਚੱਲ ਰਹੀਆਂ ਸਨ। ਠੀਕ ਹੈ, ਸਮਾਜ ਵਿੱਚ ਸੁਧਾਰ ਕਰਨ ਦੇ ਲਈ ਗੁਰੂ ਰਾਮਦਾਸ ਜੀ ਨੇ ਵਿਆਹ ਦੀਆਂ ਰੀਤਾਂ ਦੇ ਸੰਬੰਧ ਵਿੱਚ ਲਾਵਾਂ ਦੀ ਰਚਨਾ ਕੀਤੀ। ਵੈਰੀ ਵੈਰੀ ਇੰਪੋਰਟੈਂਟ ਹੈ, ਇਸ ਨੂੰ ਸ਼ਾਰ ਮਾਰ ਕਰਕੇ ਕਾਪੀ ਦੇ ਵਿੱਚ ਲਿਖੋ। ਲਾਵਾਂ ਦੀ ਰਚਨਾ ਕਿਹੜੇ ਗੁਰੂ ਜੀ ਦੁਆਰਾ ਹੈ? ਗੁਰੂ ਰਾਮਦਾਸ ਜੀ ਦੇ ਦੁਆਰਾ। ਠੀਕ ਹੈ, ਤੇ ਉਸ ਤੋਂ ਬਾਅਦ ਉਹਨਾਂ ਨੇ ਹੁਕਮ ਕੀਤਾ ਕਿ ਇਹਨਾਂ ਰਚਨਾਵਾਂ ਨੂੰ ਵਿਆਹ ਸਮੇਂ ਅਮਲ ਵਿੱਚ ਲਿਆਉਣ। ਠੀਕ ਹੈ, ਤਾਂ ਹੀ ਜਿਹੜੀਆਂ ਲਾਵਾਂ ਨੇ ਉਹ ਪੜ੍ਹੀਆਂ ਜਾਂਦੀਆਂ ਨੇ, ਜਿਹੜੀ ਕਿ ਗੁਰੂ ਜੀ ਦੀ ਰਚਨਾ ਹੈ। ਤੇ ਗੁਰੂ ਨੇ ਕਿੰਨੇ ਸ਼ਬਦ ਰਚੇ ਸੀ ਜੀ? 679। ਠੀਕ ਹੈ, ਯਾਦ ਰੱਖਿਓ ਕਿੰਨੇ ਸ਼ਬਦ ਨੇ ਜੀ? 679 ਗੁਰੂ ਰਾਮਦਾਸ ਜੀ ਦੇ ਰਚੇ ਹੋਏ ਸ਼ਬਦ ਨੇ। ਅੱਗੇ ਹੈਗਾ ਜੀ ਗੁਰੂ ਰਾਮਦਾਸ ਜੀ ਦੇ ਮੁਗਲ ਸਮਰਾਟ ਅਕਬਰ ਨਾਲ ਕਾਫੀ ਵਧੀਆ ਸੰਬੰਧ ਸੀਗੇ। ਠੀਕ ਹੈ, ਨੈਕਸਟ ਪੁਆਇੰਟ ਹੈ ਗੁਰਗੱਦੀ ਦਾ ਪਿਤਾ ਪੁਰਖੀ ਸਿਧਾਂਤ। ਤਾਂ ਜਿਹੜੇ ਪਹਿਲੇ 3 ਗੁਰੂ ਸਾਹਿਬਾਨ ਨੇ ਉਹਨਾਂ ਵਿੱਚੋਂ ਕਿਸੇ ਨੇ ਵੀ ਜਿਹੜਾ ਆਪਣਾ ਉੱਤਰਾਧਿਕਾਰੀ ਆਪਣੀ ਸੰਤਾਨ ਦੇ ਵਿੱਚੋਂ ਨਹੀਂ ਸੀ ਨਿਯੁਕਤ ਕੀਤਾ, ਲੇਕਿਨ ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਪੁੱਤਰ ਅਤੇ ਸਭ ਤੋਂ ਯੋਗ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਜਿਹੜੀ ਹੈ ਗੁਰਗੱਦੀ ਸੌਂਪ ਦਿੱਤੀ ਸੀ। ਠੀਕ ਹੈ, ਤਾਂ ਉਸ ਤੋਂ ਬਾਅਦ ਜਿਹੜਾ ਇੱਕ ਇਤਿਹਾਸਿਕ ਜਿਹੜੀ ਹੈ ਘਟਨਾ ਉਹ ਮੰਨੀ ਗਈ ਕਿ ਗੁਰਗੱਦੀ ਦਾ ਜੱਦੀ ਹੋਣਾ ਸਿੱਖ ਧਰਮ ਦੇ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਜਿਹੜੀ ਹੈ ਉਹ ਘਟਨਾ ਹੈ। ਠੀਕ ਹੈ, ਤਾਂ ਜੇਕਰ ਕੁਐਸਚਨ ਆਵੇ ਕਿ ਉਹ ਪਹਿਲੇ ਗੁਰੂ ਜੀ ਕਿਹੜੇ ਨੇ ਜਿਨ੍ਹਾਂ ਨੇ ਕਿ ਆਪਣੀ ਸੰਤਾਨ ਨੂੰ ਹੀ ਗੁਰਗੱਦੀ ਸੌਂਪੀ ਸੀ, ਉਹ ਹੈਗੇ ਸੀ ਜੀ ਗੁਰੂ ਰਾਮਦਾਸ ਜੀ। ਠੀਕ ਹੈ, ਤਾਂ ਇਹ ਜਿਹੜਾ ਯਾਦ ਰੱਖਿਓ। ਤਾਂ ਇੱਥੇ ਤੱਕ ਹੈਗੇ ਸੀ ਜੀ ਚੌਥੇ ਗੁਰੂ ਪਾਤਸ਼ਾਹ ਦੇ ਕਾਰਜ। ਉਸ ਤੋਂ ਬਾਅਦ ਹੁਣ ਅੱਗੇ ਨੈਕਸਟ ਪੁਆਇੰਟ ਲਿਖੋ ਜੀ ਗੁਰੂ ਅਰਜਨ ਦੇਵ ਜੀ ਦਾ ਯੋਗਦਾਨ। ਠੀਕ ਹੈ, 1581 ਤੋਂ 1606। ਪੰਜਵੇਂ ਗੁਰੂ ਅਰਜਨ ਦੇਵ ਜੀ 1581 ਤੋਂ 1606 ਤੱਕ ਗੁਰਗੱਦੀ ਤੇ ਬਿਰਾਜਮਾਨ ਰਹੇ। ਠੀਕ ਹੈ, ਗੁਰੂ ਜੀ ਦਾ ਇੱਕ ਵੱਡਾ ਭਰਾ ਸੀ ਪ੍ਰਿਥੀ ਚੰਦ। ਠੀਕ ਹੈ, ਉਹ ਜਿਹੜਾ ਥੋੜਾ ਜੈਲਸੀ ਫੀਲ ਕਰਦਾ ਸੀ ਗੁਰੂ ਜੀ ਤੋਂ, ਕਿਉਂਕਿ ਗੁਰੂ ਜੀ ਕੀ ਸਨ? ਛੋਟੇ ਸੀਗੇ। ਠੀਕ ਹੈ, ਤੇ ਜਿਸ ਅਕੋਰਡਿੰਗ ਜਿਵੇਂ ਆਪਾਂ ਸੁਣਦੇ ਆਏ ਹਾਂ ਕਿ ਵੱਡੇ ਭਰਾ ਦਾ ਜ਼ਿਆਦਾ ਹੱਕ ਹੁੰਦਾ ਹੈ, ਤਾਂ ਉਹਦੇ ਮਨ 'ਚ ਕਿਤੇ ਨਾ ਕਿਤੇ ਈਰਖਾ ਸੀ ਕਿ ਇਹ ਗੁਰਗੱਦੀ ਜਿਹੜੀ ਹੈ ਮੈਨੂੰ ਮਿਲਣੀ ਚਾਹੀਦੀ ਸੀ। ਤਾਂ ਉਹ ਕਾਫੀ ਤਰ੍ਹਾਂ ਦੇ ਜਿਹੜਾ ਹੱਥਕੰਡੇ ਅਪਣਾਉਂਦਾ ਰਹਿੰਦਾ ਸੀ ਗੁਰੂ ਜੀ ਨੂੰ ਉਹ ਕਰਨ ਦੇ ਲਈ। ਠੀਕ ਹੈ, ਤਾਂ ਇਹ ਪੁਆਇੰਟ ਵੀ ਜਿਹੜੇ ਯਾਦ ਰੱਖਿਓ। ਉਸ ਤੋਂ ਬਾਅਦ ਅੱਗੇ ਹੈਗਾ ਜੀ ਕਿ ਉਹਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ? ਤਾਂ ਗੁਰੂ ਰਾਮਦਾਸ ਦੇ ਕੰਮਾਂ ਨੂੰ ਸੰਪੂਰਨਤਾ ਦਿੱਤੀ। ਜਿਹੜੇ ਵੀ ਕੰਮ ਬਾਕੀ ਸੀ, ਜਿਸ ਤਰ੍ਹਾਂ ਕਿ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੀ ਨੀਂਹ ਰੱਖੀ ਸੀ, ਲੇਕਿਨ ਸਿਰਫ ਨੀਂਹ ਰੱਖੀ ਸੀ, ਉਸ ਸਮੇਂ ਕੰਮ ਚੱਲ ਰਿਹਾ ਸੀ, ਕੰਪਲੀਟ ਨਹੀਂ ਸੀ ਹੋਇਆ। ਠੀਕ ਹੈ, ਤਾਂ ਉਸ ਸਮੇਂ ਜਿਹੜਾ ਅੰਮ੍ਰਿਤਸਰ ਸੰਤੋਖਸਰ ਨਾਮੀ ਸਰੋਵਰਾਂ ਦੀ ਜਿਹੜੀ ਖੁਦਾਈ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਸੀ, ਤਾਂ ਉਹਨਾਂ ਕਾਰਜਾਂ ਨੂੰ ਜਿਹੜਾ ਕਿਸ ਨੇ ਪੂਰਾ ਕੀਤਾ? ਤਾਂ ਉਹ ਕੀਤਾ ਜੀ ਗੁਰੂ ਅਰਜਨ ਦੇਵ ਜੀ ਨੇ। ਓਕੇ, ਉਹਨਾਂ ਨੇ ਭਾਈ ਬੁੱਢਾ ਜੀ ਦੀ ਮਦਦ ਦੇ ਨਾਲ ਅੰਮ੍ਰਿਤਸਰ ਸ਼ਹਿਰ ਦਾ ਨਿਰਮਾਣ ਜਿਹੜਾ ਉਹ ਵੀ ਪੂਰਾ ਕੰਪਲੀਟ ਕਰਤਾ। ਉਹਦਾ ਸਾਰਾ ਕੰਮ ਜਿਹੜਾ ਕੰਪਲੀਟ ਕੀਤਾ ਸੀ ਕਿਸ ਦੇ ਸਹਾਇਤਾ ਦੇ ਨਾਲ? ਭਾਈ ਬੁੱਢਾ ਜੀ ਦੀ ਸਹਾਇਤਾ ਦੇ ਨਾਲ। ਅੱਗੇ ਹੈਗਾ ਜੀ ਹਰਿਮੰਦਰ ਸਾਹਿਬ ਦੀ ਉਸਾਰੀ।
ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ 1588 ਦੇ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਨੂੰ ਵੈਰੀ ਇੰਪੋਰਟੈਂਟ ਸਟਾਰ ਮਾਰਕ ਕਰ ਲਓ। ਕਦੋਂ ਕਰਵਾਇਆ? 1588 ਦੇ ਵਿੱਚ। ਕਿਸ ਦਾ ਕੰਮ? ਹਰਿਮੰਦਰ ਸਾਹਿਬ ਦਾ। ਕਿਹੜੇ ਕਿਨਾਰੇ? ਸਰੋਵਰ ਦੇ ਕਿਨਾਰੇ, ਅੰਮ੍ਰਿਤਸਰ ਸਰੋਵਰ ਦੇ ਵਿਚਕਾਰ, ਠੀਕ ਹੈ। ਤੇ ਕਿਸ ਦੀ ਮਦਦ ਲਈ ਸੀ ਜੀ? ਬਾਬਾ ਬੁੱਢਾ ਜੀ ਦੀ, ਠੀਕ ਹੈ। ਮੰਨਿਆ ਜਾਂਦਾ ਹੈ ਕਿ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਜਿਹੜਾ 1588 ਦੇ ਵਿੱਚ ਸੂਫੀ ਫਕੀਰ ਮੀਆਂ ਮੀਰ ਨੇ ਰੱਖਿਆ। ਕੁਐਸਚਨ ਆ ਸਕਦਾ ਹੈ ਉਸਾਰੀ ਦਾ ਕੰਮ ਕਿਹਨੇ ਸ਼ੁਰੂ ਕਰਵਾਇਆ? ਇਹ ਕਰਵਾਇਆ ਜੀ ਗੁਰੂ ਅਰਜਨ ਦੇਵ ਜੀ ਨੇ, ਠੀਕ ਹੈ। ਲੇਕਿਨ ਨੀਂਹ ਕਿਹਨਾਂ ਦੁਆਰਾ ਰੱਖੀ ਗਈ ਸੀ? ਤਾਂ ਉਹ ਰੱਖੀ ਗਈ ਸੀ ਜੀ ਸੂਫੀ ਫਕੀਰ ਮੀਆਂ ਮੀਰ ਦੇ ਦੁਆਰਾ, ਠੀਕ ਹੈ। ਤੇ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਜਿਹੜੇ ਦਰਵਾਜ਼ੇ ਰੱਖੇ ਗਏ ਸਨ ਤਾਂ ਕਿ ਹਰੇਕ ਪ੍ਰਕਾਰ ਦਾ ਕੋਈ ਵੀ ਜਾਤ ਪਾਤ ਦੀ ਜਿਹੜੀ ਹੈ ਭੇਦਭਾਵ ਨਹੀਂ ਸੀ। ਹਰੇਕ ਪ੍ਰਕਾਰ ਦਾ ਵਿਅਕਤੀ ਜਿਹੜਾ ਹੈ ਆ ਕੇ ਆਪਣਾ ਮੱਥਾ ਟੇਕ ਸਕਦਾ ਸੀ, ਠੀਕ ਹੈ। ਹਰਿਮੰਦਰ ਸਾਹਿਬ ਦੀ ਉਸਾਰੀ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਦੇਖ ਰੇਖ ਹੇਠ 1601 ਦੇ ਵਿੱਚ ਸੰਪੂਰਨ ਹੋਈ, ਠੀਕ ਹੈ। ਤਰੀਕ ਯਾਦ ਰੱਖਿਓ, ਕਦੋਂ? 1601 ਦੇ ਵਿੱਚ ਪੂਰਨ ਹੋਈ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਦੇਖ ਰੇਖ ਹੇਠ। ਉਸ ਤੋਂ ਬਾਅਦ ਸਤੰਬਰ 1604 ਵਿੱਚ ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਕਰ ਦਿੱਤੀ ਗਈ। 1588 ਦੇ ਵਿੱਚ ਨੀਂਹ ਰੱਖੀ ਗਈ, 1601 ਦੇ ਵਿੱਚ ਕੰਪਲੀਟ ਹੋਈ ਤੇ 1604 ਦੇ ਵਿੱਚ ਜਿਹੜੀ ਆ ਉੱਥੇ ਸਥਾਪਨਾ ਕੀਤੀ ਗਈ ਸੀ ਆਦਿ ਗ੍ਰੰਥ ਸਾਹਿਬ ਦੀ। ਤੇ ਉੱਥੋਂ ਦੇ ਪਹਿਲਾ ਗ੍ਰੰਥੀ ਕੌਣ ਸੀ? ਭਾਈ ਬੁੱਢਾ ਜੀ। ਯਾਦ ਰੱਖਿਓ, ਬਾਬਾ ਬੁੱਢਾ ਜੀ ਜਿਹੜੇ ਨੇ ਉਹ ਪਹਿਲੇ ਗ੍ਰੰਥੀ ਸਨ, ਠੀਕ ਹੈ। ਤਾਂ ਇਸ ਤਰ੍ਹਾਂ ਉਹਨਾਂ ਨੇ ਇਹ ਜਿਹੜਾ ਇਹ ਹਰਿਮੰਦਰ ਸਾਹਿਬ ਦਾ ਕੰਮ ਕਰਾਇਆ। ਤੇ ਜਿਹੜੇ ਸਿੱਖ ਨੇ, ਠੀਕ ਹੈ, ਉਹਨਾਂ ਦੇ ਲਈ ਇਹ ਮੰਨਿਆ ਜਾਂਦਾ ਹੈ ਕਿ ਅੰਮ੍ਰਿਤਸਰ ਜਿਹੜਾ ਹੈ ਉਹ ਸਿੱਖਾਂ ਦਾ ਮੱਕਾ ਤੇ ਗੰਗਾ ਬਨਾਰਸ ਜਿਹੜਾ ਉਹ ਬਣ ਗਿਆ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਿੱਖ ਇਤਿਹਾਸਕ ਜੇਕਰ ਪਲੇਸ ਦੀ ਗੱਲ ਕਰੀਏ ਤਾਂ ਉਹੀ ਹੈ ਗੁਰੂ ਘਰ, ਠੀਕ ਹੈ। ਉਸ ਤੋਂ ਬਾਅਦ ਹੈਗਾ ਜੀ ਸ਼ਹਿਰਾਂ ਦੀ ਸਥਾਪਨਾ। ਤਾਂ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਕਈ ਸ਼ਹਿਰਾਂ ਦੀ ਜਿਹੜੀ ਹੈ ਸਥਾਪਨਾ ਕੀਤੀ ਗਈ ਹੈ। 1590 ਦੇ ਵਿੱਚ ਰਾਵੀ ਅਤੇ ਬਿਆਸ ਨਦੀਆਂ ਦੇ ਵਿਚਕਾਰ ਤਰਨਤਾਰਨ ਨਾਮੀ ਸ਼ਹਿਰ ਦੀ ਜਿਹੜੀ ਨੀਂਹ ਰੱਖੀ ਗਈ ਸੀ, ਠੀਕ ਹੈ। ਕਦੋਂ ਰੱਖੀ ਗਈ ਸੀ? ਦੇਖੋ ਤਰੀਕ ਯਾਦ ਰੱਖਿਓ, 1590 ਦੇ ਵਿੱਚ। ਕਿੱਥੇ? ਰਾਵੀ ਅਤੇ ਬਿਆਸ ਨਦੀਆਂ ਦੇ ਵਿਚਕਾਰ, ਠੀਕ ਹੈ। ਕਿਹੜੇ ਸ਼ਹਿਰ ਦੀ? ਤਰਨਤਾਰਨ ਦੀ। ਤੇ ਕਿਹਨਾਂ ਦੁਆਰਾ? ਗੁਰੂ ਅਰਜਨ ਦੇਵ ਜੀ ਦੇ ਦੁਆਰਾ, ਯਾਦ ਰੱਖਿਓ, ਠੀਕ ਹੈ। ਤਾਂ ਇਹ ਚੀਜ਼ ਜਿਹੜੀ ਆ ਤਰਨਤਾਰਨ ਦੀ ਜਿਹੜੀ ਹੈ ਸਥਾਪਨਾ ਕੀਤੀ ਗਈ। ਉਸ ਤੋਂ ਬਾਅਦ ਹੈ ਅੱਗੇ ਕਿ ਜਲੰਧਰ ਦੇ ਨੇੜੇ 1593 ਦੇ ਵਿੱਚ ਇੱਕ ਸ਼ਹਿਰ ਦੀ ਹੋਰ ਨੀਂਹ ਰੱਖੀ ਗਈ ਜਿਸ ਦਾ ਨਾਂ ਕਰਤਾਰਪੁਰ ਯਾਨੀ ਕਿ ਈਸ਼ਵਰ ਦਾ ਸ਼ਹਿਰ ਜਿਹੜਾ ਰੱਖਿਆ ਗਿਆ। ਗੁਰੂ ਸਾਹਿਬ ਨੇ ਇੱਥੇ ਇੱਕ ਖੂਹ ਵੀ ਖਦਵਾਇਆ ਜਿਸ ਨੂੰ ਕਿ ਗੰਗਸਰ ਕਹਿੰਦੇ ਨੇ, ਠੀਕ ਹੈ। ਉਸਦਾ ਨਾਮ ਗੰਗਸਰ ਹੈ। ਸਿੱਟੇ ਵਜੋਂ ਇਹ ਸ਼ਹਿਰ ਜਿਹੜਾ ਜਲੰਧਰ ਦੁਆਬੇ ਦੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਬਣ ਗਿਆ। ਤਾਂ ਕਿਹੜੇ ਸ਼ਹਿਰ? ਇੱਕ ਹੋ ਗਿਆ ਜੀ ਤਰਨਤਾਰਨ, ਇੱਕ ਹੈਗਾ ਕਰਤਾਰਪੁਰ। ਉਸ ਤੋਂ ਬਾਅਦ ਇੱਕ ਹੋਰ ਸ਼ਹਿਰ ਜਿਹੜਾ ਉਹਨਾਂ ਨੇ ਵਸਾਇਆ ਸੀ ਉਸਦਾ ਨਾਮ ਹੈਗਾ ਸੀ ਹਰਗੋਬਿੰਦਪੁਰ। ਇਹ ਵੀ ਆਪਾਂ ਪੜ੍ਹ ਲੈਂਦੇ ਹਾਂ। ਗੁਰੂ ਅਰਜਨ ਦੇਵ ਜੀ ਦੇ ਘਰ ਬੜੀ ਲੰਬੀ ਉਡੀਕ ਬਾਅਦ ਹਰਗੋਬਿੰਦ ਜੀ ਨੇ 1595 ਈਸਵੀ ਦੇ ਵਿੱਚ ਜਨਮ ਲਿਆ ਸੀ, ਠੀਕ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਦੇ ਵਿੱਚ ਬਿਆਸ ਨਦੀ ਦੇ ਕੰਢੇ ਆਪਣੇ ਬੇਟੇ ਯਾਨੀ ਕਿ ਹਰਗੋਬਿੰਦ ਸਿੰਘ ਜੀ ਦੇ ਨਾਮ ਤੇ ਇਹ ਸ਼ਹਿਰ ਜਿਹੜਾ ਹੈ ਉਹ ਬਣਾਇਆ ਗਿਆ ਸੀ ਤੇ ਹਰਗੋਬਿੰਦਪੁਰ ਨਾਮ ਜਿਹੜਾ ਰੱਖਿਆ ਗਿਆ ਸੀ ਸ਼ਹਿਰ ਦਾ, ਠੀਕ ਹੈ। ਕਿਹੜੇ ਨਦੀ ਦੇ ਕੰਢੇ? ਇਹ ਯਾਦ ਰੱਖਿਓ, ਬਿਆਸ। ਕੁਐਸਚਨ ਆ ਸਕਦਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਸ਼ਹਿਰ ਹੈ ਜਿਹੜਾ ਬਿਆਸ ਨਦੀ ਦੇ ਕੰਢੇ ਵਸਾਇਆ ਗਿਆ ਹੈ? ਤਾਂ ਉਹ ਹੈਗਾ ਜੀ ਬਿਆਸ ਨਦੀ ਦੇ ਕੰਢੇ ਕਿਹੜਾ ਹੈ? ਹਰਗੋਬਿੰਦਪੁਰ। ਓਕੇ, ਤਾਂ 3 ਸ਼ਹਿਰ ਤਰਨਤਾਰਨ, ਆਪਣਾ ਹਰਗੋਬਿੰਦਪੁਰ ਤੇ ਇੱਕ ਜਿਹੜਾ ਆਪਾਂ ਨੇ ਉੱਪਰ ਪੜਿਆ ਹੈ ਕਰਤਾਰਪੁਰ। ਇਹ ਗੁਰੂ ਅਰਜਨ ਦੇਵ ਜੀ ਦੁਆਰਾ ਜਿਹੜੇ ਨੇ ਉਹ ਵਸਾਏ ਗਏ ਸੀ, ਠੀਕ ਹੈ। ਉਸ ਤੋਂ ਬਾਅਦ ਲਾਹੌਰ ਵਿਖੇ ਬੋਲੀ ਦਾ ਨਿਰਮਾਣ। ਦੇਖੋ ਪਹਿਲਾਂ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਨੇ ਕਰਾਈ, ਹੁਣ ਲਾਹੌਰ ਵਿਖੇ ਬੋਲੀ ਜਿਹੜੀ ਹੈ ਉਹ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਸੀ, ਠੀਕ ਹੈ। ਉਹਨਾਂ ਨੇ ਜਿਹੜੀ ਹੈ ਕੁਛ ਇੰਪੋਰਟੈਂਟ ਨਿਯਮ ਬਣਾਏ ਸੀ ਜਿਨ੍ਹਾਂ ਵਿੱਚੋਂ ਇੱਕ ਇੰਪੋਰਟੈਂਟ ਇਹ ਸੀ ਕਿ ਹਰ ਸਿੱਖ ਜਿਹੜਾ ਦਸਵੰਧ ਕੱਢੇਗਾ, ਮਤਲਬ ਕਿ ਆਪਣੀ ਆਮਦਨ ਦਾ 10ਵਾਂ ਹਿੱਸਾ ਜਿਹੜਾ ਗੁਰੂ ਦੇ ਨਾਂ 'ਤੇ ਭੇਟਾ ਕਰੇਗਾ ਤਾਂ ਕਿ ਆਦਿ ਗ੍ਰੰਥ ਦਾ ਸੰਕਲਨ। ਵੈਰੀ ਇੰਪੋਰਟੈਂਟ ਪੁਆਇੰਟ ਹੈ ਇਹ ਆਦਿ ਗ੍ਰੰਥ ਦਾ ਸੰਕਲਨ। ਤਾਂ ਦੇਖੋ ਗੁਰੂ ਜੀ ਨੇ ਆਪ ਗੋਇੰਦਵਾਲ ਜਾ ਕੇ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਨ ਤੋਂ ਪਹਿਲੇ ਗੁਰੂਆਂ ਦੀ ਬਾਣੀ ਪ੍ਰਾਪਤ ਕੀਤੀ। ਉਸ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਦੇ 976 ਸ਼ਬਦ ਸਨ, ਠੀਕ ਹੈ। ਗੁਰੂ ਨਾਨਕ ਦੇਵ ਜੀ ਦੇ ਕਿੰਨੇ ਨੇ? 976। ਗੁਰੂ ਅੰਗਦ ਦੇਵ ਜੀ 62, ਗੁਰੂ ਅਮਰਦਾਸ ਜੀ ਦੇ 907 ਤੇ ਗੁਰੂ ਰਾਮਦਾਸ ਜੀ ਦੇ 679 ਜਿਹੜੇ ਆਪਾਂ ਉੱਪਰ ਪੜ੍ਹ ਕੇ ਆਏ ਹਾਂ, ਠੀਕ ਹੈ। ਫਿਰ ਹੋਰ ਕਵੀਆਂ ਦੀ ਕਈ ਸੰਤਾਂ ਦੀ, ਭਗਤਾਂ ਦੀ, ਜਿਵੇਂ ਕਬੀਰ, ਨਾਮਦੇਵ, ਫਰੀਦ, ਇਹਨਾਂ ਦੀ ਬਾਣੀ ਵੀ ਇਕੱਠੀ ਕੀਤੀ ਤੇ ਸਾਰੀ ਬਾਣੀ ਇਕੱਠੀ ਕਰਨ ਉਪਰੰਤ ਕੀ ਕਰਿਆ? ਗੁਰੂ ਅਰਜਨ ਸਾਹਿਬ ਨੇ ਰਾਮਸਰ ਸਰੋਵਰ ਦੇ ਕੰਢੇ ਇੱਕ ਸੁੰਨੀ ਜਿਹੀ ਇੱਕ ਵਧੀਆ ਰਮਣੀਕ ਥਾਂ ਤੇ ਬੈਠ ਕੇ ਜਿਹੜਾ ਹੈ ਆਦਿ ਗ੍ਰੰਥ ਦੇ ਸੰਕਲਨ ਦਾ ਕੰਮ ਜਿਹੜਾ ਸ਼ੁਰੂ ਕੀਤਾ। ਤੇ ਇਹ ਕਿਹਨਾਂ ਦੁਆਰਾ ਕੀਤਾ? ਇਹ ਕੀਤਾ ਜੀ ਗੁਰੂ ਅਰਜਨ ਦੇਵ ਜੀ ਜਿਹੜੇ ਨੇ ਲਿਖਵਾਉਂਦੇ ਗਏ ਤੇ ਕਿਹਨਾਂ ਨੇ ਕੀਤਾ? ਭਾਈ ਗੁਰਦਾਸ ਜੀ ਨੇ, ਠੀਕ ਹੈ। ਭਾਈ ਗੁਰਦਾਸ ਜੀ ਲਿਖਦੇ ਗਏ ਤੇ ਗੁਰੂ ਅਰਜਨ ਦੇਵ ਜੀ ਜਿਹੜੇ ਨੇ ਉਹ ਲਿਖਾਉਂਦੇ ਗਏ। ਤਾਂ ਕਈ ਸਾਲਾਂ ਦੀ ਮਿਹਨਤ ਪਿੱਛੋਂ 1604 ਈਸਵੀ ਦੇ ਵਿੱਚ ਆਦਿ ਗ੍ਰੰਥ ਦਾ ਜਿਹੜਾ ਕੰਮ ਹੈ ਉਹ ਕੰਪਲੀਟ ਹੋਇਆ। ਤੇ ਸਭ ਤੋਂ ਵੱਧ ਸ਼ਬਦ ਕਿਹਨਾਂ ਦੇ ਦਰਜ ਨੇ? ਗੁਰੂ ਅਰਜਨ ਦੇਵ ਜੀ ਦੇ ਨੇ, ਯਾਦ ਰੱਖਿਓ, ਠੀਕ ਹੈ। ਉਹਨਾਂ ਨੇ ਵੀ ਆਪਣਾ ਇਸ ਦੇ ਵਿੱਚ ਜਿਹੜਾ ਯੋਗਦਾਨ ਪਾਇਆ 2216 ਸ਼ਬਦਾਂ ਦੇ ਨਾਲ। ਅੱਗੇ ਹੈਗਾ ਜੀ ਘੋੜਿਆਂ ਦੇ ਵਪਾਰ ਨੂੰ ਉਤਸ਼ਾਹ। ਤਾਂ ਉਹਨਾਂ ਨੇ ਘੋੜਿਆਂ ਦੇ ਵਪਾਰ ਨੂੰ ਉਤਸ਼ਾਹ ਦਿੱਤਾ, ਠੀਕ ਹੈ। ਕਾਫੀ ਸਾਰੇ ਸਮਾਜ ਸੁਧਾਰਾਂ ਦੇ ਵਿੱਚ ਕੰਮ ਕੀਤਾ, ਸਿੱਖ ਧਰਮ ਦਾ ਪ੍ਰਚਾਰ ਹਰੇਕ ਜਗ੍ਹਾ ਕੀਤਾ, ਠੀਕ ਹੈ। ਗੁਰੂ ਅਰਜਨ ਦੇਵ ਜੀ ਦੇ ਵੀ ਜਿਹੜੇ ਨੇ ਸਮਰਾਟ ਅਕਬਰ ਨਾਲ ਮਿੱਤਰਤਾਪੂਰਨ ਸੰਬੰਧ ਸੀ, ਜਿਸ ਤਰ੍ਹਾਂ ਕਿ ਆਪਾਂ ਨੇ ਪਿੱਛੇ ਪੜ੍ਹਿਆ। ਇਹ ਦੇਖੋ ਤੁਸੀਂ ਦੇਖ ਸਕਦੇ ਹੋ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਵਾਂਗ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਨੇ ਮਿੱਤਰਤਾਪੂਰਨ ਸੰਬੰਧ ਰਹੇ। ਪ੍ਰਿਥੀ ਚੰਦ ਬ੍ਰਾਹਮਣਾ ਕੱਟੜਾ
ਪੰਥੀ ਮੁਸਲਮਾਨਾਂ ਨੇ ਵਾਰ-ਵਾਰ ਮੁਗਲ ਸਮਰਾਟ ਅਕਬਰ ਨੂੰ ਗੁਰੂ ਸਾਹਿਬ ਦੇ ਵਿਰੁੱਧ ਭੜਕਾਉਣ ਦੇ ਯਤਨ ਕੀਤੇ, ਲੇਕਿਨ ਜਿਹੜਾ ਇਹ ਸਮਰਾਟ ਸੀਗਾ ਉਹ ਜਿਹੜਾ ਇੰਨਾ ਕੁ ਜ਼ਿਆਦਾ ਪ੍ਰਸੰਨ ਤੇ ਪ੍ਰਭਾਵਿਤ ਹੋ ਚੁੱਕਾ ਸੀ ਕਿ ਉਹਨਾਂ ਨੇ ਜਿਹੜੀ ਹੈ ਉਸਨੇ ਕਿਸੇ ਦੀ ਵੀ ਜਿਹੜੀ ਆ ਉਹ ਨਹੀਂ ਸੁਣੀ ਹੈਗੀ, ਠੀਕ ਹੈ। ਤੇ ਅਕਬਰ ਨੇ ਸਗੋਂ ਗੁਰੂ ਜੀ ਦੀ ਸਿਫਾਰਿਸ਼ ਤੇ ਪੰਜਾਬ ਦੇ ਕਿਸਾਨਾਂ ਦਾ 1 ਸਾਲ ਦਾ ਜਿਹੜਾ ਇਹ ਭੂਮੀ ਕਰ ਸੀ, ਜ਼ਮੀਨੀ ਵਿਆਜ ਸੀ, ਉਹ ਵੀ ਜਿਹੜਾ ਮਾफ़ ਕਰ ਦਿੱਤਾ ਸੀ। ਤਾਂ ਇੰਨੀ ਕੁ ਜ਼ਿਆਦਾ ਉਹਨਾਂ ਦਾ ਜਿਹੜਾ ਵਧੀਆ ਸੰਬੰਧ ਹੈਗਾ ਸੀ। ਉਸ ਤੋਂ ਬਾਅਦ ਸਿੱਖ ਧਰਮ ਦੇ ਲਈ ਆਤਮ ਬਲੀਦਾਨ, ਇਹ ਤਾਂ ਆਪਾਂ ਸੁਣਦੇ ਆਏ ਹਾਂ, ਠੀਕ ਹੈ। ਉਹਨਾਂ ਨੂੰ ਜਿਹੜਾ 1606 ਈਸਵੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਗੁਰੂ ਅਰਜਨ ਦੇਵ ਜੀ ਨੂੰ। ਕਿਹਨਾਂ ਦੁਆਰਾ? ਤਾਂ ਇਹ ਕੀਤਾ ਗਿਆ ਸੀ ਜੀ ਜਹਾਂਗੀਰ ਦੁਆਰਾ, ਠੀਕ ਹੈ, ਯਾਦ ਰੱਖਿਓ। ਨੈਕਸਟ ਅੱਗੇ ਹੈਗਾ ਜੀ ਪੁਆਇੰਟ ਗੁਰੂ ਹਰਗੋਬਿੰਦ ਜੀ ਦਾ ਯੋਗਦਾਨ, ਯਾਦ ਰੱਖਿਓ 1606 ਤੋਂ 1645, ਠੀਕ ਹੈ। ਗੁਰੂ ਹਰਗੋਬਿੰਦ ਜੀ ਕੌਣ ਸਨ? ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਸਨ, ਠੀਕ ਹੈ। ਜਦੋਂ ਉਹਨਾਂ ਦੀ ਸ਼ਹੀਦੀ ਹੋਈ ਤਾਂ 6ਵੇਂ ਗੁਰੂ ਹਰਗੋਬਿੰਦ ਜੀ ਨੇ ਜਿਹੜੇ ਗੁਰਗੱਦੀ ਸੰਭਾਲੀ ਤੇ ਉਹ ਆਪ 1645 ਤੱਕ ਉਸ ਗੱਦੀ ਉੱਤੇ ਰਹਿ ਕੇ ਜਿਹੜਾ ਇਹ ਸਿੱਖ ਧਰਮ ਦੇ ਵਿਕਾਸ ਦੇ ਲਈ ਭਰਪੂਰ ਜਿਹੜੇ ਨੇ ਉਹ ਯਤਨ ਕਰਦੇ ਰਹੇ, ਠੀਕ ਹੈ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਇੱਕ ਨਵੀਂ ਨੀਤੀ ਬਣਾਈ ਸੀ। ਕਿਹੜੀ ਨੀਤੀ? ਮੀਰੀ ਤੇ ਪੀਰੀ ਦੀ ਨੀਤੀ। ਯਾਦ ਰੱਖਿਓ, ਕੁਐਸਚਨ ਆ ਸਕਦਾ ਕਿਹੜੇ ਗੁਰੂ ਦੁਆਰਾ ਇਸ ਦੀ ਰਚਨਾ ਹੋਈ ਹੈ, ਤਾਂ ਉਹ ਹੋਈ ਹੈ ਜੀ ਗੁਰੂ ਹਰਗੋਬਿੰਦ ਜੀ ਦੇ ਦੁਆਰਾ। ਮੀਰੀ ਅਤੇ ਪੀਰੀ, ਜਿਹਨੂੰ ਕਿ 2 ਤਲਵਾਰਾਂ ਕਹਿੰਦੇ ਨੇ। ਉਹਨਾਂ ਦਾ ਕਹਿਣਾ ਸੀ ਕਿ ਹਰੇਕ ਸਿੱਖ ਜਿਹੜਾ 2 ਤਲਵਾਰਾਂ ਧਾਰਨ ਕਰੇਗਾ। ਕਿਹੜੀਆਂ? ਇੱਕ ਹੈਗਾ ਜੀ ਮੀਰੀ, ਇੱਕ ਹੈਗਾ ਜੀ ਪੀਰੀ, ਠੀਕ ਹੈ। ਮੀਰੀ ਦਾ ਕੀ ਮਤਲਬ ਹੁੰਦਾ ਹੈ? ਮੀਰੀ ਦੀ ਤਲਵਾਰ ਸੰਸਾਰਕ ਵਿਸ਼ਿਆਂ ਦੇ ਮਾਮਲਿਆਂ ਵਿੱਚ ਅਗਵਾਈ ਕਰਦੀ ਸੀ ਤੇ ਪੀਰੀ ਦੀ ਜਿਹੜੀ ਹੈ ਧਾਰਮਿਕ ਰਹਿਨੁਮਾਈ, ਠੀਕ ਹੈ। ਮਤਲਬ ਕਿ ਪੀਰੀ ਜਿਹੜੀ ਹੈ ਪਰਮਾਤਮਾ ਦੇ ਨਾਲ ਸੰਬੰਧਿਤ ਸੀ ਤੇ ਜਿਹੜੀ ਮੀਰੀ ਆ ਉਹ ਦੁਨਿਆਵੀ ਦੇ ਨਾਲ ਸੰਬੰਧਿਤ ਸੀ, ਠੀਕ ਹੈ, ਜਿਸ ਨੇ ਕਿ ਬਹੁਤ ਜ਼ਿਆਦਾ ਇਸ ਘਟਨਾ ਨੇ ਜਿਹੜਾ ਇਤਿਹਾਸ 'ਤੇ ਡੂੰਘਾ ਪ੍ਰਭਾਵ ਪਾਇਆ। ਉਸ ਤੋਂ ਬਾਅਦ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ। ਗੁਰੂ ਹਰਗੋਬਿੰਦ ਜੀ ਨੇ ਜਿਹੜਾ ਇਹ 2 ਤਲਵਾਰਾਂ ਪਹਿਨ ਲਿਆ। ਉਹਨਾਂ ਨੇ ਆਪਣੇ ਸੀਸ ਉੱਤੇ ਸ਼ਾਹੀ ਢੰਗ ਨਾਲ ਜਿਹੜੀ ਆ ਕਲਗੀ ਸਜਾਉਣਾ ਸ਼ੁਰੂ ਕੀਤਾ। ਉਹਨਾਂ ਨੇ 52 ਅੰਗ ਰੱਖਿਅਕ ਵੀ ਰੱਖੇ। ਕੁਐਸਚਨ ਆ ਸਕਦਾ ਕਿ ਕਿਹੜੇ ਗੁਰੂ ਸਾਹਿਬਾਨ ਨੇ 52 ਅੰਗ ਰੱਖੇ ਸੀ? ਤਾਂ ਉਹ ਰੱਖੇ ਸੀ ਜੀ ਗੁਰੂ ਹਰਗੋਬਿੰਦ ਜੀ ਨੇ, ਠੀਕ ਹੈ। ਤੇ ਉਹਨਾਂ ਨੂੰ ਲੋਕ ਜਿਹੜਾ ਸੱਚਾ ਪਾਤਸ਼ਾਹ ਵੀ ਜਿਹੜਾ ਉਹ ਕਹਿਣ ਲੱਗ ਗਏ ਸੀ। ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਘੋੜਿਆਂ ਅਤੇ ਸ਼ਸਤਰਾਂ ਦੀ ਭੇਟਾ। ਉਹ ਚਾਹੁੰਦੇ ਸੀ ਕਿ ਸਿੱਖਾਂ ਨੂੰ ਜਿਹੜਾ ਮਜ਼ਬੂਤ ਕੀਤਾ ਜਾਵੇ, ਸਰੀਰਕ ਪੱਖੋਂ ਵੀ, ਠੀਕ ਹੈ, ਮਾਨਸਿਕ ਪੱਖੋਂ ਦੇ ਨਾਲ ਨਾਲ ਜਿਹੜਾ ਸਰੀਰਕ ਪੱਖੋਂ ਮਜ਼ਬੂਤ ਕੀਤਾ ਜਾਵੇ, ਤਾਂ ਕਿ ਉਹ ਕਿਸੇ ਦੇ ਵੀ ਜਿਹੜਾ ਜ਼ੁਲਮ ਹੋਵੇ ਤਾਂ ਉਹ ਜਿਹੜਾ ਟਾਕਰਾ ਕਰ ਸਕਣ। ਤਾਂ ਉਹਨਾਂ ਨੇ ਕੀ ਕੀਤਾ? ਘੋੜਿਆਂ ਅਤੇ ਸ਼ਸਤਰਾਂ ਨੂੰ ਜਿਹੜਾ ਹੈ ਉਹ ਆਪਣਾ ਜਿਹੜਾ ਹੈ ਉਹ ਕਰਨ ਲੱਗ ਗਏ, ਸ਼ਾਮਿਲ ਕਰਨ ਲੱਗ ਗਏ। ਕਾਹਦੇ ਲਈ? ਤਾਂ ਕਿ ਉਹ ਸਿੱਖ ਸੈਨਾ ਦਾ ਜਿਹੜਾ ਨਿਰਮਾਣ ਕਰ ਸਕੇ ਜੀ। ਜਦੋਂ ਸਿੱਖ ਸੈਨਾ ਦਾ ਸੰਗਠਨ ਹੋ ਗਿਆ ਤਾਂ ਉਹਨਾਂ ਨੇ ਕੀ ਕੀਤਾ? ਆਪਣੀ ਭਰਤੀ ਦੇ ਵਿੱਚ ਕਾਫੀ ਸਾਰੇ ਪਠਾਣਾਂ ਨੂੰ ਵੀ ਭਰਤੀ ਕੀਤਾ, ਠੀਕ ਹੈ, ਜਿਨ੍ਹਾਂ ਦਾ ਸੈਨਾ ਨਾਇਕ ਕੌਣ ਸੀ? ਉਹ ਹੈਗਾ ਸੀ ਜੀ ਪੈਂਦਾ ਖਾਂ, ਯਾਦ ਰੱਖਿਓ। ਨੈਕਸਟ ਪੁਆਇੰਟ ਹੈ ਜੀ ਅਕਾਲ ਤਖਤ ਦੀ ਉਸਾਰੀ। ਤਾਂ ਗੁਰੂ ਹਰਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵੱਲ ਅਕਾਲ ਤਖਤ ਦੀ ਉਸਾਰੀ ਕਰਵਾਈ। ਅਕਾਲ ਤਖਤ ਦੀ ਉਸਾਰੀ ਕਿਸ ਦੇ ਦੁਆਰਾ ਕਰਵਾਈ ਗਈ ਸੀ? ਗੁਰੂ ਹਰਗੋਬਿੰਦ ਜੀ ਦੇ ਦੁਆਰਾ। ਉਸ ਦੇ ਅੰਦਰ 12 ਫੁੱਟ ਉੱਚੇ ਥੜੇ ਦਾ ਨਿਰਮਾਣ ਕਰਵਾਇਆ ਗਿਆ ਜੋ ਰਾਜਿਆਂ ਮਹਾਰਾਜਿਆਂ ਦੇ ਤਖਤ ਵਰਗਾ ਸੀ, ਠੀਕ ਹੈ। ਉਸ ਤੋਂ ਬਾਅਦ ਹੈਗਾ ਜੀ ਅੰਮ੍ਰਿਤਸਰ ਦੀ ਕਿਲ੍ਹਾਬੰਦੀ। ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਦੇ ਰੱਖਿਆ ਦੇ ਲਈ ਉਸਦੇ ਚਾਰੇ ਪਾਸੇ ਜਿਹੜੀ ਹੈ ਕੰਧ ਉਸਾਰੀ ਕਰਵਾ ਦਿੱਤੀ ਸੀ। ਕੁਐਸਚਨ ਆ ਸਕਦਾ ਕਿ ਅੰਮ੍ਰਿਤਸਰ ਦੀ ਕਿਲ੍ਹਾਬੰਦੀ ਕਿਹਨਾਂ ਨੇ ਕਰਵਾਈ? ਤਾਂ ਉਹ ਕਰਵਾਈ ਜੀ ਗੁਰੂ ਹਰਗੋਬਿੰਦ ਜੀ ਨੇ। ਉਹਨਾਂ ਨੇ ਸ਼ਹਿਰ ਦੇ ਵਿੱਚ ਲੋਹਗੜ੍ਹ ਨਾਮੀ ਕਿਲ੍ਹੇ ਦਾ ਨਿਰਮਾਣ ਵੀ ਕਰਵਾਇਆ ਸੀ। ਉਸ ਕਿਲ੍ਹੇ ਦੇ ਵਿੱਚ ਕੀ ਰੱਖਿਆ ਜਾਂਦਾ ਸੀ? ਸੈਨਿਕਾਂ ਦਾ ਜਿਹੜਾ ਜ਼ਰੂਰਤ ਵਾਲਾ ਸਮਾਨ ਹੁੰਦਾ ਸੀ ਉਹ ਰੱਖਿਆ ਜਾਂਦਾ ਸੀ, ਠੀਕ ਹੈ। ਤਾਂ ਇਹ ਨੈਕਸਟ ਪੁਆਇੰਟ ਹੈ ਜੀ ਕਿ ਉਹਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਹੋਰ ਕੀ ਕਾਰਜ ਕਰੇ। ਤਾਂ ਦੇਖੋ ਅਕਤੂਬਰ 1627 ਦੇ ਵਿੱਚ ਜਦੋਂ ਜਹਾਂਗੀਰ ਦੀ ਮੌਤ ਹੋਈ, ਉਸ ਤੋਂ ਬਾਅਦ ਸ਼ਾਹਜਹਾਂ ਜਿਹੜਾ ਇਹ 1628 ਦੇ ਵਿੱਚ ਮੁਗਲ ਬਾਦਸ਼ਾਹ ਬਣਿਆ ਤੇ ਉਸਦੇ ਜਿਹੜੇ ਸੰਬੰਧ ਨੇ ਉਹ ਵਿਗੜ ਗਏ ਸੀ ਗੁਰੂ ਹਰਗੋਬਿੰਦ ਜੀ ਦੇ ਨਾਲ, ਠੀਕ ਹੈ। ਤਾਂ ਫਿਰ ਉਹਨਾਂ ਨੂੰ ਜਿਹੜਾ ਅੰਮ੍ਰਿਤਸਰ ਲਹਿਰਾ ਤੇ ਕਰਤਾਰਪੁਰ ਦੀਆਂ ਲੜਾਈਆਂ ਵੀ ਲੜਨੀਆਂ ਪਈਆਂ ਉਹਨਾਂ ਦੇ ਨਾਲ। ਉਸ ਤੋਂ ਬਾਅਦ ਅੱਗੇ ਹੈਗਾ ਜੀ ਕਿ ਗੁਰੂ ਹਰਗੋਬਿੰਦ ਜੀ ਦਾ ਕਿਰਤਪੁਰ ਵਿੱਚ ਨਿਵਾਸ। ਉਹਨਾਂ ਨੇ ਕਿਰਤਪੁਰ ਦੇ ਵਿੱਚ ਨਿਵਾਸ ਕੀਤਾ। ਹਰਗੋਬਿੰਦ ਜੀ ਨੇ ਜਿਹੜਾ ਧਾਰਮਿਕ ਯਾਤਰਾਵਾਂ ਵੀ ਕੀਤੀਆਂ, ਜਿੱਥੇ ਜਾਂਦੇ ਗਏ ਉੱਥੇ ਉਹਨਾਂ ਨੇ ਆਪਣਾ ਜਿਹੜਾ ਧਰਮ ਦਾ ਪ੍ਰਚਾਰ ਹੈ ਉਹ ਕੀਤਾ, ਠੀਕ ਹੈਗਾ ਜੀ। ਕਿ ਵੱਖ-ਵੱਖ ਥਾਵਾਂ ਦੇ ਧਰਮ ਪ੍ਰਚਾਰਕ ਭੇਜੇ, ਯਾਨੀ ਕਿ ਦੇਖੋ ਗੁਰੂ ਹਰਗੋਬਿੰਦ ਜੀ 1635 ਤੱਕ ਤਾਂ ਯੁੱਧਾਂ ਦੇ ਵਿੱਚ ਹੀ ਰੁੱਝੇ ਰਹੇ। ਇਸ ਲਈ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸਿੱਖ ਧਰਮ ਦੇ ਪ੍ਰਚਾਰ ਦੀ ਦੇਖਭਾਲ ਦੇ ਲਈ ਜਿਹੜਾ ਨਿਯੁਕਤ ਕਰ ਦਿੱਤਾ ਸੀ, ਓਕੇ। ਤਾਂ ਉਹਨਾਂ ਨੇ 4 ਪ੍ਰਮੁੱਖ ਜਿਹੜੇ ਪ੍ਰਚਾਰਕ ਰੱਖੇ, ਜਿਨ੍ਹਾਂ ਦਾ ਨਾਮ ਹੈਗਾ ਸੀ ਜੀ ਅਲਮਸਤ, ਫੁੱਲ, ਗੋਡਾ ਅਤੇ ਬਲੂ ਹਸਨਾ, ਠੀਕ ਹੈ। ਇਹ 4 ਨਾਮ ਸੀਗੇ। ਇਹ ਵੈਸੇ ਕੁਐਸਚਨ 'ਚ ਤਾਂ ਨਹੀਂ ਆ ਸਕਦੇ, ਬਟ ਫਿਰ ਵੀ ਤੁਸੀਂ ਜਿਹੜਾ ਯਾਦ ਰੱਖਿਓ, ਠੀਕ ਹੈ। ਇਹਨੂੰ ਉੱਤਰਾਧਿਕਾਰੀ ਬਣਾਉਣਾ। ਦੇਖੋ ਜਦੋਂ ਗੁਰੂ ਹਰਗੋਬਿੰਦ ਜੀ ਨੂੰ ਲੱਗਿਆ ਕਿ ਹੁਣ ਉਹਨਾਂ ਦਾ ਅੰਤਲਾ ਸਮਾਂ ਜਿਹੜਾ ਨੇੜੇ ਆ ਰਿਹਾ ਹੈ, ਤਾਂ ਉਹਨਾਂ ਨੇ ਕੀ ਕੀਤਾ? ਆਪਣੇ ਪੋਤਰੇ ਯਾਨੀ ਕਿ ਆਪਣੇ ਪੋਤੇ ਹਰਰਾਏ, ਜਿਹੜੇ ਕਿ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਸਨ, ਉਹਨਾਂ ਨੂੰ ਜਿਹੜਾ ਆਪਣਾ ਉੱਤਰਾਧਿਕਾਰੀ ਜਿਹੜਾ ਹੈ ਉਹ ਜਿਹੜਾ ਨਿਯੁਕਤ ਕਰ ਦਿੱਤਾ ਗਿਆ ਸੀ, ਠੀਕ ਹੈ। ਤਾਂ ਇੱਥੋਂ ਤੱਕ ਦਾ ਯੋਗਦਾਨ ਉਹਨਾਂ ਦਾ ਰਿਹਾ। ਅੱਗੇ ਹੈਗਾ ਜੀ ਗੁਰੂ ਹਰਰਾਏ ਦਾ ਯੋਗਦਾਨ 1645 ਤੋਂ 1661। ਗੁਰੂ ਹਰਰਾਏ ਜੀ ਨੇ ਦੇਖੋ ਸਿੱਖ ਧਰਮ ਦਾ ਪ੍ਰਚਾਰ ਕੀਤਾ, ਠੀਕ ਹੈ। ਜਿੰਨਾ ਵੀ ਜ਼ਿਆਦਾ ਜੇਕਰ ਕਿਹਾ ਜਾਵੇ, ਚਾਹੇ ਉਹ ਧਾਰਮਿਕ ਯਾਤਰਾਵਾਂ ਦੇ ਵਿੱਚ ਹੋਵੇ, ਠੀਕ ਹੈ, ਚਾਹੇ ਜਗ੍ਹਾ ਜਾ ਕੇ ਪ੍ਰਚਾਰ ਕਰਨਾ ਹੋਵੇ, ਤਾਂ ਉਹਨਾਂ ਨੇ ਉਸ ਦੇ ਵਿੱਚ ਜਿਹੜਾ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਸ ਤੋਂ ਬਾਅਦ ਹੈ ਗੁਰੂ ਹਰਰਾਏ ਜੀ ਦਾ ਫੂਲ ਨੂੰ ਵਰਦਾਨ। ਇਹ ਜਿਹੜਾ ਯਾਦ ਰੱਖਿਓ, ਇਹ ਪੁਆਇੰਟ ਜਿਹੜਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਦੀ ਹਾਂ। ਇਸ ਦੇ ਵਿੱਚ ਕੀ ਹੈ?
ਇਸ ਦੇ ਵਿੱਚ ਦੇਖੋ ਇਹ ਲਿਖਿਆ ਗਿਆ ਹੈ ਕਿ ਜਦੋਂ ਉਹ ਪ੍ਰਚਾਰ ਕਰਨ ਜਾਂਦੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਮਾਲਵਾ ਦਾ ਇੱਕ ਪਿੰਡ ਸੀ ਨਥਾਣਾ ਬਠਿੰਡਾ ਵੱਲ, ਠੀਕ ਹੈ। ਉੱਥੇ ਦੋ ਭਰਾ ਰਹਿੰਦੇ ਸਨ ਜਿਹੜੇ ਕਿ ਗੁਰੂ ਜੀ ਦੇ ਦਰਸ਼ਨ ਦੇ ਲਈ ਆਇਆ ਕਰਦੇ ਸੀ। ਇੱਕ ਦਿਨ ਜਿਹੜਾ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਹੈਗਾ ਸੀ ਜੀ ਕਾਲਾ, ਇੱਕ ਦਾ ਨਾਮ ਹੈਗਾ ਸੀ ਜੀ ਕਰਮਚੰਦ, ਠੀਕ ਹੈ। ਇੱਕ ਦਿਨ ਕਾਲਾ ਆਪਣੇ ਦੋ ਭਤੀਜਿਆਂ ਸੰਦਲੀ ਅਤੇ ਫੂਲ ਨੂੰ ਵੀ ਨਾਲ ਲੈ ਕੇ ਆਇਆ ਸੀ। ਜਿਹੜਾ ਫੂਲ ਸੀ ਉਹ ਗੁਰੂ ਸਾਹਿਬ ਦੇ ਸਾਹਮਣੇ ਖਲੋ ਕੇ ਆਪਣੇ ਢਿੱਡ ਉੱਤੇ ਕੀ ਕਰਨ ਲੱਗਿਆ, ਹੱਥ ਫੇਰਨ ਲੱਗਿਆ। ਜਦੋਂ ਗੁਰੂ ਜੀ ਨੇ ਕਾਲੇ ਤੋਂ ਉਸ ਗੱਲ ਦਾ ਅਰਥ ਜਾਣਨਾ ਚਾਹਿਆ ਤਾਂ ਉਸਨੇ ਦੱਸਿਆ ਕਿ ਫੁੱਲ ਜਿਹੜਾ ਗੂੰਗਾ ਹੈ ਅਤੇ ਉਹ ਢਿੱਡ ਉੱਤੇ ਹੱਥ ਫੇਰ ਕੇ ਦੱਸਣਾ ਚਾਹੁੰਦਾ ਹੈ ਕਿ ਉਹ ਜਿਹੜਾ ਭੁੱਖਾ ਹੈ ਉਸਨੂੰ ਭੁੱਖ ਲੱਗੀ ਹੋਈ ਹੈ। ਅਤੇ ਇਸ 'ਤੇ ਗੁਰੂ ਜੀ ਨੇ ਫੁੱਲ ਨੂੰ ਵਰਦਾਨ ਦਿੱਤਾ ਕਿ ਉਹ ਬਹੁਤ ਵੱਡਾ ਮਹਾਨ ਪ੍ਰਸਿੱਧ ਧਨਵਾਨ ਵਿਅਕਤੀ ਬਣੇਗਾ। ਉਸ ਦੀ ਸੰਤਾਨ ਦੇ ਘੋੜੇ ਜਿਹੜੇ ਨੇ ਜਮਨਾ ਦਾ ਪਾਣੀ ਪੀਣਗੇ, ਇੰਨਾ ਕੁ ਜ਼ਿਆਦਾ ਜਿਹੜਾ ਉਹਨਾਂ ਨੇ ਵਰਦਾਨ ਦਿੱਤਾ ਸੀ, ਠੀਕ ਹੈ। ਅਤੇ ਜਿੰਨੀ ਉਹ ਗੁਰੂ ਦੀ ਸੇਵਾ ਕਰਨਗੇ ਉਨਾ ਹੀ ਉਹਨਾਂ ਦਾ ਜਿਹੜਾ ਮਾਣ ਵਧੇਗਾ। ਅਤੇ ਗੁਰੂ ਜੀ ਨੇ ਜੋ ਵਰ ਦਿੱਤਾ ਸੀ ਉਹ ਠੀਕ ਨਿਕਲਿਆ। ਪਟਿਆਲਾ, ਨਾਭਾ ਅਤੇ ਜਿੰਦ ਦੀਆਂ ਰਿਆਸਤਾਂ ਦੇ ਰਾਜ ਜਿਹੜੇ ਨੇ ਫੂਲ ਦੀ ਸੰਤਾਨ ਦੇ ਵਿੱਚੋਂ ਹੀ ਸਨ। ਤਾਂ ਇੱਕ ਕੁਛ ਇੰਟਰਸਟਿੰਗ ਕਹਿ ਸਕਦੇ ਆਪਾਂ, ਇਤਿਹਾਸਿਕ ਘਟਨਾ ਇੰਟਰਸਟਿੰਗ ਹੈ, ਠੀਕ ਹੈ। ਤਾਂ ਇਹ ਵੀ ਜਿਹੜਾ ਕੁਐਸਚਨ ਆ ਸਕਦਾ ਕਿ ਫੂਲ ਨੂੰ ਵਰਦਾਨ ਕਿਹੜੇ ਗੁਰੂ ਜੀ ਨੇ ਦਿੱਤਾ ਸੀ, ਤਾਂ ਉਹ ਦਿੱਤਾ ਸੀ ਜੀ ਗੁਰੂ ਹਰਿਰਾਏ ਜੀ ਨੂੰ। ਅੱਗੇ ਹੈਗਾ ਜੀ ਦਾਰਾ ਸ਼ਿਕੋਹ ਦੀ ਸਹਾਇਤਾ। ਤਾਂ ਗੁਰੂ ਜੀ ਨੇ ਦਾਰਾ ਸ਼ਿਕੋਹ ਦੀ ਵੀ ਮਦਦ ਕੀਤੀ ਸੀ, ਠੀਕ ਹੈ। ਔਰੰਗਜ਼ੇਬ ਦਾ ਗੁਰੂ ਹਰਿਰਾਏ ਜੀ ਨੂੰ ਦਿੱਲੀ ਬੁਲਾਉਣਾ। ਰਾਜਗੱਦੀ ਸੰਭਾਲਣ ਮਗਰੋਂ ਦਿੱਲੀ ਦਾ ਬਾਦਸ਼ਾਹ ਕੌਣ ਸੀ, ਔਰੰਗਜ਼ੇਬ, ਠੀਕ ਹੈ। ਉਸਨੇ ਗੁਰੂ ਹਰਿਰਾਏ ਜੀ ਨੂੰ ਦਿੱਲੀ ਬੁਲਾਇਆ। ਇੱਕ ਤਾਂ ਗੁਰੂ ਜੀ ਨੂੰ ਉਹਨਾਂ ਵੱਲੋਂ ਦਾਰਾ ਸ਼ਿਕੋਹ ਨੂੰ ਜਿਹੜੀ ਸਹਾਇਤਾ ਦਿੱਤੀ ਸੀ ਉਹਦੇ ਬਾਰੇ ਪੁੱਛਣਾ ਚਾਹੁੰਦਾ ਸੀ ਕਿ ਕਿਉਂ ਦਿੱਤੀ ਸੀ, ਠੀਕ ਹੈ। ਦੂਜਾ ਉਹ ਗੁਰੂ ਜੀ ਤੋਂ ਇਹ ਵੀ ਪੁੱਛਣਾ ਚਾਹੁੰਦਾ ਸੀ ਕਿ ਕਿਤੇ ਸਿੱਖ ਧਰਮ ਮੁਸਲਿਮ ਧਰਮ ਦੇ ਖਿਲਾਫ ਤਾਂ ਨਹੀਂ ਹੈਗਾ। ਤਾਂ ਗੁਰੂ ਜੀ ਨੇ ਕੀ ਕੀਤਾ, ਦਿੱਲੀ ਵਿਖੇ ਆਪ ਜਾਣ ਦੀ ਥਾਂ ਆਪਣੇ 14-15 ਸਾਲਾਂ ਦੇ ਵੱਡੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਸੀ। ਔਰੰਗਜ਼ੇਬ ਨੇ ਉਹਨਾਂ ਤੋਂ ਜਿਹੜਾ ਇਹ ਕੁਐਸਚਨ ਵੀ ਪੁੱਛੇ, ਕਿਹੜੇ ਕੁਐਸਚਨ ਜਿਹੜੇ ਉਹ ਦੋ ਪੁੱਛਣਾ ਚਾਹੁੰਦਾ ਸੀ, ਠੀਕ ਹੈ। ਤਾਂ ਉਹਨਾਂ ਨੇ ਜਿਹੜਾ ਸਪਸ਼ਟੀਕਰਨ ਮੰਗਿਆ ਤਾਂ ਦੇਖੋ ਰਾਮ ਰਾਏ ਨੇ ਬੜੀ ਚਤੁਰਾਈ ਦੇ ਨਾਲ ਜਵਾਬ ਦਿੱਤਾ ਸੀ ਕਿ ਸਲੋਕ ਦੇ ਵਿੱਚ ਮੁਸਲਮਾਨ ਸ਼ਬਦ ਗਲਤੀ ਦੇ ਨਾਲ ਲਿਖਿਆ ਗਿਆ ਹੈ, ਅਸਲ ਵਿੱਚ ਇਸ ਦੇ ਇੱਥੇ ਜਿਹੜਾ ਬੇਈਮਾਨ ਸ਼ਬਦ ਆਉਣਾ ਚਾਹੀਦਾ ਸੀ। ਤਾਂ ਜਦੋਂ ਗੁਰੂ ਹਰਿਰਾਏ ਜੀ ਨੂੰ ਇਸ ਦੇ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ, ਠੀਕ ਹੈ। ਉਹਨਾਂ ਨੂੰ ਤਸੱਲੀ ਨਹੀਂ ਹੋਈ ਹੈਗੀ ਅਤੇ ਉਹ ਜਿਹੜੇ ਨੇ ਖਫਾ ਹੋ ਗਏ ਸਨ, ਠੀਕ ਹੈ। ਉਸ ਤੋਂ ਬਾਅਦ ਹੈ ਉੱਤਰਾਧਿਕਾਰੀ ਦੀ ਨਿਯੁਕਤੀ, ਕਿਉਂਕਿ ਰਾਮ ਰਾਏ ਨੇ ਔਰੰਗਜ਼ੇਬ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਦਲ ਕੇ ਕਾਇਰਤਾ ਦਿਖਾਈ ਸੀ, ਠੀਕ ਹੈ। ਮਤਲਬ ਸੱਚ ਨਹੀਂ ਸੀ ਬੋਲਿਆ। ਅਤੇ ਆਪਾਂ ਤਾਂ ਇਤਿਹਾਸ ਤੋਂ ਸੁਣਦੇ ਹੀ ਆ ਰਹੇ ਹਾਂ ਕਿ ਜਿਹੜਾ ਸਿੱਖ ਧਰਮ ਹੈ ਉਹ ਸਿਰਫ ਸੱਚ ਦੇ ਲਈ ਜਾਣਿਆ ਜਾਂਦਾ ਹੈ। ਜਿਹੜੇ ਗੁਰੂ ਨੇ ਉਹਨਾਂ ਨੇ ਆਪਣੀ ਸ਼ਹੀਦੀਆਂ ਵੀ ਸੱਚ ਦੇ ਜਿਹੜਾ ਹੈ ਰਾਖੀ ਰੱਖਦੇ ਹੋਏ ਜਿਹੜੀਆਂ ਆਪਣੀਆਂ ਸ਼ਹੀਦੀਆਂ ਨੇ ਉਹ ਦਿੱਤੀਆਂ ਨੇ, ਠੀਕ ਹੈ। ਇਸ ਕਰਕੇ ਜਿਹੜੇ ਗੁਰੂ ਹਰਿਰਾਏ ਜੀ ਨੇ ਉਸ ਨਾਲ ਨਾਰਾਜ਼ ਸਨ, ਠੀਕ ਹੈ। ਅਤੇ ਰਾਮ ਰਾਏ ਨੇ ਭਾਵੇਂ ਜਿਹੜਾ ਕਿਰਤਪੁਰ ਜਾ ਕੇ ਗੁਰੂ ਜੀ ਤੋਂ ਖੀਮਾ ਵੀ ਮੰਗ ਲਈ ਪਰ ਹਰਿਰਾਏ ਜੀ ਜਿਹੜੇ ਨੇ ਖੁਸ਼ ਨਾ ਹੋਏ। ਤਾਂ ਇਸ ਕਰਕੇ ਗੁਰੂ ਜੀ ਨੇ ਇਸ ਘਟਨਾ ਤੋਂ ਬਾਅਦ ਆਪਣੇ ਛੋਟੇ ਅਤੇ 5 ਸਾਲਾਂ ਦੇ ਪੁੱਤਰ 5 ਸਾਲ ਦੇ ਪੁੱਤਰ ਹਰਕ੍ਰਿਸ਼ਨ ਨੂੰ ਆਪਣਾ ਜਿਹੜਾ ਉੱਤਰਾਧਿਕਾਰੀ ਦਿੱਤਾ ਸੀ, ਠੀਕ ਹੈ। ਅੱਗੇ ਹੈਗਾ ਜੀ ਗੁਰੂ ਹਰਕ੍ਰਿਸ਼ਨ ਜੀ ਦਾ ਯੋਗਦਾਨ 1661 ਤੋਂ 1664। ਸਭ ਤੋਂ ਜ਼ਿਆਦਾ ਜੇਕਰ ਘੱਟ ਉਮਰ ਗੱਲ ਕਰੀਏ ਘੱਟ ਉਮਰ ਦੀ ਤਾਂ ਉਹ ਹੈਗੀ ਸੀ ਜੀ ਗੁਰੂ ਹਰਕ੍ਰਿਸ਼ਨ, ਠੀਕ ਹੈ। 8ਵੇਂ ਗੁਰੂ ਸਨ ਜਿਹੜੇ ਕਿ ਗੁਰਗੱਦੀ 'ਤੇ ਬੈਠੇ ਅਤੇ ਜਦੋਂ ਬੈਠੇ ਤਾਂ ਉਹਨਾਂ ਦੀ ਉਮਰ ਸਿਰਫ ਔਰ ਸਿਰਫ 5 ਸਾਲ ਅਤੇ 3 ਮਹੀਨੇ ਸੀ। ਇਸ ਕਰਕੇ ਉਹਨਾਂ ਨੂੰ ਬਾਲ ਗੁਰੂ ਵੀ ਕਿਹਾ ਜਾਂਦਾ ਹੈ ਸਿੱਖ ਇਤਿਹਾਸ ਦੇ ਵਿੱਚ, ਠੀਕ ਹੈ। 1664 ਤੱਕ ਉਹ ਗੁਰੂ ਜਿਹੜੇ ਨੇ ਉਹ ਰਹੇ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਰਾਮ ਰਾਏ ਦਾ ਵਿਰੋਧ ਕੀਤਾ, ਠੀਕ ਹੈ। ਔਰੰਗਜ਼ੇਬ ਦਾ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਬੁਲਾਉਣਾ। ਔਰੰਗਜ਼ੇਬ ਜਿਹੜਾ ਕੂਟਨੀਤੀ ਦੀ ਕਲਾ ਦੇ ਵਿੱਚ ਬਹੁਤ ਜ਼ਿਆਦਾ ਨਿਪੁੰਨ ਸੀ। ਉਹ ਰਾਮ ਰਾਏ ਅਤੇ ਗੁਰੂ ਹਰਕ੍ਰਿਸ਼ਨ ਜੀ ਦੀ ਅਣਬਣ ਦਾ ਜਿਹੜਾ ਲਾਭ ਉਠਾਉਣਾ ਚਾਹੁੰਦਾ ਸੀ ਕਿ ਦੋਨੋਂ ਆਪਸ ਦੇ ਵਿੱਚ ਜਿਹੜੇ ਨੇ ਉਹ ਖਫਾ ਨੇ ਜਾਂ ਆਪਣੇ ਆਪਸ ਦੇ ਵਿੱਚ ਇਹਨਾਂ ਦਾ ਵਿਰੋਧ ਚੱਲ ਰਿਹਾ ਤਾਂ ਇਹਨਾਂ ਨੂੰ ਜਿਹੜਾ ਤੋੜਿਆ ਜਾਵੇ। ਤਾਂ ਇਸ ਕਰਕੇ ਬਾਲ ਗੁਰੂ 1664 ਦੇ ਵਿੱਚ ਕਿਰਤਪੁਰ ਤੋਂ ਆਪਣੀ ਮਾਤਾ ਅਤੇ ਕੁਝ ਸਿੱਖਾਂ ਦੇ ਨਾਲ ਜਿਹੜੇ ਨੇ ਉਹ ਦਿੱਲੀ ਵੱਲ ਚੱਲ ਪਏ ਸੀ। ਗੁਰੂ ਹਰਕ੍ਰਿਸ਼ਨ ਜੀ ਦਿੱਲੀ ਵਿਖੇ ਤਾਂ ਰਾਹ ਵਿੱਚੋਂ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਜਿਹੜੇ ਨੇ ਦਿੱਲੀ ਵਿੱਚ ਪਹੁੰਚ ਕੇ, ਠੀਕ ਹੈ। ਉਹ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ ਵਿਖੇ ਠਹਿਰੇ। ਤੇ ਇਸ ਸਥਾਨ 'ਤੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ ਦਿੱਲੀ ਵਿਖੇ। ਤੁਸੀਂ ਦੇਖਿਆ ਹੋਏਗਾ ਕਈ ਲੋਕ ਗਏ ਵੀ ਹੋਣੇ ਉੱਥੇ, ਜਿਹੜੇ ਗਏ ਹੋਏ ਨੇ ਉਹ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ, ਠੀਕ ਹੈ। ਉਹ ਬੰਗਲਾ ਸਾਹਿਬ ਬਣਿਆ ਹੋਇਆ ਹੈ ਉੱਥੇ। ਉਸ ਤੋਂ ਬਾਅਦ ਹੈ ਗੁਰੂ ਹਰਕ੍ਰਿਸ਼ਨ ਜੀ ਅਤੇ ਬਿਮਾਰ ਲੋਕ। ਤਾਂ ਉਹਨਾਂ ਨੇ ਦੇਖੋ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਤਕਲੀਫਾਂ ਨੇ ਉਹਨਾਂ ਨੂੰ ਦੂਰ ਕੀਤਾ। ਉਸ ਸਮੇਂ ਜਿਹੜਾ ਚੇਚਕ ਅਤੇ ਹੈਜ਼ਾ ਦੀ ਜਿਹੜੀ ਬਿਮਾਰੀ ਸੀ ਉਹ ਫੈਲੀ ਹੋਈ ਸੀ ਤਾਂ ਉਹਨਾਂ ਨੇ ਉਹਨਾਂ ਦੀ ਜਿਹੜੀ ਭਰਪੂਰ ਮਦਦ ਕੀਤੀ, ਠੀਕ ਹੈ। ਐਟ ਦੀ ਐਂਡ ਉਹ ਜੋਤੀ ਜੋਤ ਕਦੋਂ ਸਮਾਈ, ਦਿੱਲੀ ਜਦੋਂ ਰਹਿ ਰਹੇ ਸੀ ਉਹ ਤਾਂ ਉਹਨਾਂ ਨੂੰ ਜਿਹੜਾ ਚੇਚਕ ਨਿਕਲ ਆਈ, ਠੀਕ ਹੈ। ਅਤੇ ਉਹਨਾਂ ਨੂੰ ਤੇਜ਼ ਬੁਖਾਰ ਹੋਣ ਦੇ ਨਾਲ ਜਿਹੜਾ ਸਵਰਗਵਾਸ ਹੋ ਗਏ ਸਨ ਉਹ। ਅਤੇ ਜਦੋਂ ਸਵਰਗਵਾਸ ਹੋਣ ਤੋਂ ਪਹਿਲਾਂ ਉਹਨਾਂ ਨੇ 5 ਪੈਸੇ ਅਤੇ 1 ਨਾਰੀਅਲ ਮੰਗਵਾ ਲਿਆ। ਉਹਨਾਂ ਵਸਤਾਂ ਨੂੰ ਫੜ ਕੇ ਉਹਨਾਂ ਨੇ 3 ਵਾਰੀ ਘੁਮਾਇਆ ਅਤੇ ਨਾਲ ਹੀ ਕਿਹਾ ਬਾਬਾ ਬਕਾਲਾ, ਠੀਕ ਹੈ। ਉਹਨਾਂ ਦਾ ਮਤਲਬ ਕੀ ਸੀ ਕਿ ਉਹਨਾਂ ਦਾ ਜਿਹੜਾ ਅਗਲਾ ਉੱਤਰਾਧਿਕਾਰੀ ਹੈ ਉਹ ਪਿੰਡ ਅੰਮ੍ਰਿਤਸਰ ਵਿਖੇ ਹੈ ਅਤੇ ਉਹ ਉਹਨਾਂ ਦਾ ਦਾਦਾ ਹੈ। ਗੁਰੂ ਹਰਕ੍ਰਿਸ਼ਨ ਜੀ 30 ਮਾਰਚ 1664 ਈਸਵੀ ਦੇ ਵਿੱਚ ਜਿਹੜੇ ਨੇ ਉਹ ਜੋਤੀ ਜੋਤ ਸਮਾ ਗਏ ਸਨ। ਉਸ ਤੋਂ ਬਾਅਦ ਇਸ ਚੈਪਟਰ ਦਾ ਲਾਸਟ ਜਿਹੜਾ ਪੁਆਇੰਟ ਹੈ ਮੇਨ ਉਹ ਹੈਗਾ ਜੀ ਗੁਰੂ ਤੇਗ ਬਹਾਦਰ ਜੀ ਦਾ ਯੋਗਦਾਨ ਕੀ ਰਿਹਾ 1664 ਤੋਂ 1675 ਤੱਕ। ਤਾਂ ਜਦੋਂ ਉਹਨਾਂ ਨੇ ਦੱਸਿਆ ਕਿ ਬਾਬਾ ਬਕਾਲਾ ਕਿਹਾ ਤਾਂ ਜਿਹੜੇ ਸਿੱਖ ਨੇ ਉਹ ਪਹੁੰਚੇ, ਠੀਕ ਹੈ, ਆਪਣਾ ਸਮਾਨ ਲੈ ਕੇ, ਨਾਰੀਅਲ 5 ਪੈਸੇ ਲੈ ਕੇ, ਠੀਕ ਹੈ। ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਤਾਂ ਜਿਹੜੇ ਨਾਰੀਅਲ ਅਤੇ 5 ਪੈਸੇ ਸੀਗੇ ਉਹ ਗੁਰੂ ਤੇਗ ਬਹਾਦਰ ਜੀ ਦੇ
ਦੇ ਅੱਗੇ ਰੱਖੇ ਗਏ ਤੇ ਭਾਈ ਗੁਰਦਿੱਤਾ ਜੀ ਨੇ ਕੀ ਕੀਤਾ, ਉਹਨਾਂ ਦੇ ਜਿਹੜੇ ਮੱਥੇ ਤੇ ਤਿਲਕ ਲਗਾਇਆ ਤੇ 9ਵੇਂ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਆ ਗੁਰਗੱਦੀ ਸਾਂਭ ਲਈ ਸੀ। ਠੀਕ ਹੈ, ਗੁਰੂ ਤੇਗ ਬਹਾਦਰ ਜੀ ਦੇ ਅਗਰ ਯਾਤਰਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਯਾਤਰਾਵਾਂ ਦਾ ਇੱਕੋ ਉਦੇਸ਼ ਸੀ ਕਲਿਆਣ ਕਰਨਾ। ਸਭ ਤੋਂ ਪਹਿਲਾਂ ਹੈਗਾ ਜੀ ਅੰਮ੍ਰਿਤਸਰ। ਤਾਂ ਦੇਖੋ ਉਹਨਾਂ ਦੀ ਜਿਹੜੀ ਦਿਲੀ ਇੱਛਾ ਸੀ ਕਿ ਉਹ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ, ਪਰ ਉਹ ਨਹੀਂ ਕਰ ਪਾਏ ਸੀ। ਅਤੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਉਹ ਠਹਿਰੇ ਸਨ ਉਸ ਜਗ੍ਹਾ ਨੂੰ ਥੰਮ ਸਾਹਿਬ ਜਾਂ ਥੜਾ ਸਾਹਿਬ ਕਿਹਾ ਜਾਂਦਾ ਹੈ। ਠੀਕ ਹੈ, ਕੀ ਕਿਹਾ ਜਾਂਦਾ ਹੈ? ਥੰਮ ਸਾਹਿਬ ਜਾਂ ਥੜਾ ਸਾਹਿਬ ਜਿਹੜਾ ਉਹ ਕਿਹਾ ਜਾਂਦਾ ਹੈ। ਤਾਂ ਇਸ ਤਰ੍ਹਾਂ ਉਹਨਾਂ ਨੇ ਅੰਮ੍ਰਿਤਸਰ ਵਿਖੇ ਕੁਛ ਸਮਾਂ ਜਿਹੜਾ ਉਹ ਬਿਤਾਇਆ ਸੀ। ਉਸ ਤੋਂ ਬਾਅਦ ਅੱਗੇ ਹੈਗਾ ਜੀ ਕੁੱਕੇ ਵਾਲੀ ਜਾਂ ਗੁਰੂ ਕਾ ਬਾਗ। ਤਾਂ ਉਸ ਬਾਗ ਦੇ ਵਿੱਚ ਬਹੁਤ ਹੀ ਵੱਡੇ ਅਤੇ ਰੁੱਖ ਬੂਟੇ ਦੇਖ ਕੇ ਗੁਰੂ ਜੀ ਨੇ ਉਸ ਪਿੰਡ ਦਾ ਨਾਮ ਕੀ ਰੱਖਿਆ ਸੀ? ਗੁਰੂ ਕਾ ਬਾਗ ਰੱਖਿਆ ਸੀ। ਠੀਕ ਹੈ, ਪਿੰਡ ਦਾ ਨਾਮ ਸੀ ਜੀ ਆਪਣੇ ਕੋਲ ਕੁੱਕੇ ਵਾਲੀ ਪਿੰਡ। ਠੀਕ ਹੈ, ਉੱਥੇ ਇੱਕ ਬਾਗ ਸੀ, ਉਸ ਦਾ ਨਾਮ ਉਹਨਾਂ ਨੇ ਜਿਹੜਾ ਗੁਰੂ ਕਾ ਬਾਗ ਰੱਖਿਆ। ਉਸ ਤੋਂ ਬਾਅਦ ਹੈ ਜੀ ਕਿ ਗੁਰੂ ਤੇਗ ਬਹਾਦਰ ਜੀ ਮਾਝੇ ਦੇ ਹੋਰ ਥਾਵਾਂ 'ਤੇ ਗਏ। ਠੀਕ ਹੈ, ਤੁਸੀਂ ਆਪਣਾ ਐਕਸਟਰਾ ਪੜ੍ਹ ਲੈਣਾ। ਬਕਾਲਾ ਖੇਮ ਕਰਨ ਤੋਂ ਗੁਰੂ ਤੇਗ ਬਹਾਦਰ ਜੀ ਬਕਾਲਾ ਵਿਖੇ ਪਹੁੰਚੇ। ਉੱਥੇ ਕਈ ਲੋਕ ਉਹਨਾਂ ਨਾਲ ਈਰਖਾ ਕਰਦੇ ਸਨ, ਤਾਂ ਇਸ ਕਰਕੇ ਉਹਨਾਂ ਨੇ ਉਹ ਜਗ੍ਹਾ ਜਿਹੜੀ ਹੈ ਛੱਡਣ ਦਾ ਫੈਸਲਾ ਕਰ ਲਿਆ। ਤਾਂ ਉਹ ਜਿਹੜੇ ਨੇ ਕੀਰਤਪੁਰ ਜਾ ਕੇ ਧਰਮ ਪ੍ਰਚਾਰ ਉਹ ਕਰਨ ਲੱਗੇ। ਉਸ ਤੋਂ ਬਾਅਦ ਅਲੱਗ-ਅਲੱਗ ਥਾਵਾਂ 'ਤੇ ਗਏ। ਅੱਗੇ ਹੈਗਾ ਜੀ ਚੱਕ ਨਾਨਕੀ ਦੀ ਨੀਂਹ। ਗੁਰੂ ਤੇਗ ਬਹਾਦਰ ਜੀ ਜਦੋਂ ਬਿਲਾਸਪੁਰ ਵਿਖੇ ਸਨ ਤਾਂ ਉਹਨਾਂ ਨੇ ਰਾਣੀ ਜਲਾਲ ਦੇਵੀ ਨੂੰ ਕੀਰਤਪੁਰ ਛੱਡਣ ਬਾਰੇ ਦੱਸਿਆ ਅਤੇ ਕੀਰਤਪੁਰ ਨੇੜੇ ਇੱਕ ਨਵਾਂ ਪਿੰਡ ਵਸਾਉਣ ਦਾ ਜਿਹੜਾ ਵਿਚਾਰ ਦੱਸਿਆ ਸੀ। ਤਾਂ ਗੁਰੂ ਜੀ ਨੇ ਰਾਣੀ ਨੂੰ 500 ਰੁਪਏ ਦੇ ਕੇ ਉਹ ਜ਼ਮੀਨ ਜਿਹੜੀ ਆ ਖਰੀਦ ਲਈ ਸੀ ਅਤੇ ਉੱਥੇ ਜਿਹੜੀ ਨਵੇਂ ਨਗਰ ਦੀ ਨੀਂਹ ਰੱਖੀ ਗਈ ਸੀ, ਜਿਸ ਦਾ ਨਾਮ ਸੀ ਜੀ ਚੱਕ ਨਾਨਕੀ। ਕੁਐਸਚਨ ਆ ਸਕਦਾ ਕਿ ਚੱਕ ਨਾਨਕੀ ਦੀ ਨੀਂਹ ਕਿਹਨਾਂ ਦੁਆਰਾ ਰੱਖੀ ਗਈ? ਤਾਂ ਉਹ ਰੱਖੀ ਗਈ ਜੀ ਗੁਰੂ ਤੇਗ ਬਹਾਦਰ ਜੀ ਦੇ ਦੁਆਰਾ। ਠੀਕ ਹੈ, ਨੈਕਸਟ ਹੋਰ ਜਗ੍ਹਾ 'ਤੇ ਗਏ। ਕੁਰੂਕਸ਼ੇਤਰ ਹੋ ਗਿਆ, ਪਟਨਾ ਹੋ ਗਿਆ। ਠੀਕ ਹੈ, ਗੁਰੂ ਤੇਗ ਬਹਾਦਰ ਜੀ ਢਾਕਾ ਵਿਖੇ ਗਏ। ਢਾਕਾ ਕਿਹੜੀ ਜਗ੍ਹਾ ਹੈ? ਉਸ ਸਮੇਂ ਬੰਗਲਾਦੇਸ਼ ਦੀ ਰਾਜਧਾਨੀ ਸੀ ਢਾਕਾ। ਠੀਕ ਹੈ, ਉੱਥੇ ਵੀ ਗਏ। ਤਾਂ ਉਸ ਤੋਂ ਬਾਅਦ ਦੇਖੋ ਇੱਥੇ ਕਿ ਪਟਨਾ ਤੋਂ 1666 ਦੇ ਅਕਤੂਬਰ ਦੇ ਅੱਧ ਦੇ ਵਿੱਚ ਜਦੋਂ ਉਹ ਢਾਕਾ ਵਿਖੇ ਪੁੱਜੇ, ਠੀਕ ਹੈ, ਤਾਂ ਉਹਨਾਂ ਨੂੰ ਕੀ ਹੈ, ਉਹਨਾਂ ਨੂੰ ਨਿਊਜ਼ ਮਿਲੀ, ਉਹਨਾਂ ਨੂੰ ਖਬਰ ਮਿਲੀ ਕਿ ਜਿਹੜਾ ਉਹਨਾਂ ਦੇ ਘਰ ਜਿਹੜਾ ਪੁੱਤਰ ਨੇ ਜਨਮ ਲਿਆ ਹੈ 22 ਦਸੰਬਰ 1666 ਨੂੰ ਪਟਨਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਹੈ ਉਹ ਜਨਮ ਹੋਇਆ ਹੈ। ਅਤੇ ਇਹ ਜਿਹੜੀ ਖਬਰ ਆ ਉਹਨਾਂ ਨੂੰ ਉੱਥੇ ਹੀ ਮਿਲੀ ਸੀ। ਠੀਕ ਹੈ, ਜਿੱਥੇ ਉਹ ਪਹੁੰਚੇ ਹੋਏ ਸੀ ਢਾਕਾ। ਅਤੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀਆਂ ਬੰਗਾਲ ਦੇ ਹੋਰ ਖਿੱਤਿਆਂ ਦੀਆਂ ਜਿਹੜੀਆਂ ਯਾਤਰਾਵਾਂ ਨੇ ਉਹ ਕੀਤੀਆਂ। ਠੀਕ ਹੈ, ਧੁੱਬੜੀ ਹੋ ਗਿਆ, ਜਗ੍ਹਾ ਜਗ੍ਹਾ ਜਾ ਕੇ ਯਾਨੀ ਕਿ ਉਹਨਾਂ ਨੇ ਜਿਹੜਾ ਇਹ ਆਪਣੇ ਧਰਮ ਦਾ ਪ੍ਰਚਾਰ ਕੀਤਾ। ਉਸ ਤੋਂ ਬਾਅਦ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਇੱਕ ਪੁਆਇੰਟ ਹੋਰ ਲਿਖੋ ਕਿ ਉਹਨਾਂ ਨੂੰ ਹਿੰਦ ਦੀ ਚਾਦਰ ਕਹਿੰਦੇ ਸਨ। ਕਿਹੜੇ ਗੁਰੂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ? ਤਾਂ ਉਹ ਕਿਹਾ ਜਾਂਦਾ ਹੈ ਜੀ ਗੁਰੂ ਤੇਗ ਬਹਾਦਰ ਜੀ ਨੂੰ, ਉਹਨਾਂ ਦੀ ਸ਼ਹੀਦੀ ਦੇ ਕਾਰਨ। ਠੀਕ ਹੈ, ਉਸ ਤੋਂ ਬਾਅਦ ਅੱਗੇ ਹੈਗਾ ਹੈ ਜੀ ਕਿ ਯਾਤਰਾਵਾਂ ਤੋਂ ਬਾਅਦ ਮਾਲਵੇ ਦੇ ਪਿੰਡਾਂ ਦੀ ਯਾਤਰਾਵਾਂ ਤੋਂ ਬਾਅਦ ਗੁਰੂ ਜੀ ਅਨੰਦਪੁਰ ਸਾਹਿਬ ਚਲੇ ਗਏ। ਗੁਰੂ ਤੇਗ ਬਹਾਦਰ ਜੀ ਕੋਲ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਕਿ ਔਰੰਗਜ਼ੇਬ ਦੇ ਹੁਕਮਾਂ ਦੇ ਨਾਲ ਉਹਨਾਂ ਨੂੰ ਜਿਹੜਾ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਹੈ। ਤਾਂ ਉਹਨਾਂ ਦੀ ਬੇਨਤੀ 'ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਆਤਮ ਬਲੀਦਾਨ ਦੇਣ ਦਾ ਜਿਹੜਾ ਨਿਸ਼ਚਾ ਕੀਤਾ ਅਤੇ ਉਹਨਾਂ ਨੂੰ ਜਿਹੜਾ ਇਸਲਾਮ ਧਰਮ ਜਿਹੜਾ ਪ੍ਰਵਾਨ ਕਰਨ ਦੇ ਲਈ ਮਜਬੂਰ ਕੀਤਾ ਗਿਆ। ਲੇਕਿਨ ਉਹਨਾਂ ਨੇ ਜਿਹੜਾ ਇਸਲਾਮ ਧਰਮ ਨੂੰ ਅਪਣਾਉਣ ਤੋਂ ਨਾ ਕਰ ਦਿੱਤਾ ਅਤੇ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਂਕ ਵਿਖੇ ਦਿੱਲੀ ਵਿਖੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਦੇਖੋ ਇਹ ਕੁਐਸਚਨ ਆ ਚੁੱਕਿਆ ਹੈ ਕਿ ਕਦੋਂ ਸ਼ਹੀਦ ਕੀਤਾ ਗਿਆ ਸੀ? 11 ਨਵੰਬਰ 1675 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ। ਕਿਹੜੀ ਜਗ੍ਹਾ 'ਤੇ ਹੋਈ? ਚਾਂਦਨੀ ਚੌਂਕ ਦਿੱਲੀ ਵਿਖੇ। ਤਾਂ ਇਹ ਹੈਗਾ ਸੀ ਜੀ ਅੱਜ ਦਾ ਲੈਸਨ। ਹੁਣ ਆਪਾਂ ਇਹਦੇ MCQ ਸੋਲਵ ਕਰਦੇ ਹਾਂ। ਜੀ ਗੁਰੂ ਚੱਕ ਸ਼ਹਿਰ ਕਿਸ ਗੁਰੂ ਸਾਹਿਬ ਨੇ ਵਸਾਇਆ ਸੀ? ਤਾਂ ਇਹ ਵਸਾਇਆ ਸੀ ਜੀ ਗੁਰੂ ਰਾਮਦਾਸ ਜੀ ਨੇ। ਠੀਕ ਹੈ, ਨੈਕਸਟ ਕੁਐਸਚਨ ਹੈ ਗੁਰੂ ਕਾਲ ਸਮੇਂ ਸਿੱਖਾਂ ਦਾ ਵਪਾਰਕ ਕੇਂਦਰ ਕਿਹੜਾ ਸ਼ਹਿਰ ਸੀ ਜਿੱਥੇ ਜ਼ਿਆਦਾਤਰ ਵਪਾਰ ਹੁੰਦਾ ਸੀ? ਲਾਹੌਰ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਕਰਤਾਰਪੁਰ। ਇਹਦਾ ਰਾਈਟ ਆਨਸਰ ਹੈ ਜੀ ਅੰਮ੍ਰਿਤਸਰ। ਠੀਕ ਹੈ, ਵਪਾਰਕ ਕੇਂਦਰ ਕਿਹੜਾ ਸੀ? ਅੰਮ੍ਰਿਤਸਰ ਸੀ। ਅੱਗੇ ਹੈਗਾ ਜੀ ਸੰਤੋਖਸਰ ਸਰੋਵਰ ਦੀ ਖੁਦਾਈ ਦਾ ਕੰਮ ਕਿਸ ਗੁਰੂ ਸਾਹਿਬਾਨ ਨੇ ਸ਼ੁਰੂ ਕਰਵਾਇਆ ਸੀ? ਤਾਂ ਇਹ ਕਰਵਾਇਆ ਸੀ ਜੀ ਚੌਥੇ ਗੁਰੂ ਜੀ ਨੇ, ਗੁਰੂ ਰਾਮਦਾਸ ਜੀ ਨੇ। ਠੀਕ ਹੈ, ਗੁਰੂ ਰਾਮਦਾਸ ਜੀ ਨੇ ਸੰਤੋਖਸਰ ਸਰੋਵਰ ਦੀ ਜਿਹੜੀ ਖੁਦਾਈ ਦਾ ਕੰਮ ਹੈ ਉਹ ਸ਼ੁਰੂ ਕਰਵਾਇਆ ਸੀ। ਤਾਂ ਰਾਵੀ ਅਤੇ ਬਿਆਸ ਨਦੀਆਂ ਦੇ ਵਿਚਕਾਰ ਕਿਹੜੇ ਸ਼ਹਿਰ ਦੀ ਨੀਂਹ ਰੱਖੀ ਗਈ? ਗੁਰੂ ਅਰਜਨ ਦੇਵ ਜੀ ਦੇ ਦੁਆਰਾ। ਤਾਂ ਇਹ ਪੁਆਇੰਟ ਮੈਂ ਤੁਹਾਨੂੰ ਸਟਾਰ ਮਾਰਕ ਕਰਾਇਆ ਸੀ। ਤਾਂ ਇਹ ਰੱਖੀ ਗਈ ਸੀ ਜੀ ਸ਼੍ਰੀ ਤਰਨਤਾਰਨ ਸਾਹਿਬ ਦੀ। ਠੀਕ ਹੈ, ਅੱਗੇ ਹੈਗਾ ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਦੀ ਸਥਾਪਨਾ ਕਦੋਂ ਕੀਤੀ ਗਈ? ਤਾਂ ਇਹ ਕੀਤੀ ਗਈ ਜੀ 1604 ਈਸਵੀ ਦੇ ਵਿੱਚ। ਠੀਕ ਹੈ, ਲਗਭਗ 1621 ਦੇ ਵਿੱਚ ਇਸਦਾ ਜਿਹੜਾ ਕੰਮ ਹੈ ਸ਼ੁਰੂ ਹੋ ਗਿਆ ਸੀ ਅਤੇ 1604 ਦੇ ਵਿੱਚ ਇਹ ਜਿਹੜਾ ਉਹ ਕੰਪਲੀਟ ਹੋਇਆ ਸੀ। ਅੱਗੇ ਹੈਗਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਸ਼ਬਦ ਦਰਜ ਹਨ? ਤਾਂ ਇਹ ਹੈਗੇ ਨੇ ਜੀ 2216 ਸ਼ਬਦ। ਸਭ ਤੋਂ ਵੱਧ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹੀ ਨੇ। ਠੀਕ ਹੈ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਖਾਰੀ ਕੌਣ ਸੀ? ਤਾਂ ਇਹ ਹੈਗਾ ਸੀ ਜੀ ਭਾਈ ਗੁਰਦਾਸ ਜੀ। ਠੀਕ ਹੈ, ਭਾਈ ਗੁਰਦਾਸ ਜੀ ਨੇ ਇਹਨਾਂ ਨੂੰ ਲਿਖਿਆ ਹੈ ਅਤੇ ਲਿਖਵਾਇਆ ਕਿਹਨਾਂ ਨੇ ਹੈ? ਗੁਰੂ ਅਰਜਨ ਦੇਵ ਜੀ ਨੇ। ਅੱਗੇ ਹੈ ਜੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਸਾਹਿਬ ਵਿੱਚ ਕਿਸ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ? ਤਾਂ ਉਹ ਕਰਵਾਇਆ ਸੀ ਜੀ ਲੋਹਗੜ੍ਹ ਕਿਲ੍ਹੇ ਦਾ। ਕੁਐਸਚਨ ਹੈ ਕਿ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਕੇਂਦਰ ਕਿਹੜਾ ਸੀ? ਅੰਮ੍ਰਿਤਸਰ ਸਾਹਿਬ, ਅਕਾਲ ਤਖਤ ਜਾਂ ਅਨੰਦਪੁਰ ਸਾਹਿਬ ਜਾਂ ਸੁਲਤਾਨਪੁਰ ਲੋਧੀ। ਤਾਂ ਇਹ ਹੈਗਾ ਸੀ ਜੀ ਅਕਾਲ ਤਖਤ।
ਠੀਕ ਹੈ। ਨੈਕਸਟ ਕੁਐਸਚਨ ਹੈ, ਉਸ ਮੁਗਲ ਬਾਦਸ਼ਾਹ ਦਾ ਨਾਮ ਦੱਸੋ ਜਿਸ ਨੂੰ ਗੁਰੂ ਹਰਰਾਏ ਜੀ ਨੂੰ ਦਿੱਲੀ ਬੁਲਾਇਆ, ਲੇਕਿਨ ਗੁਰੂ ਜੀ ਨੇ ਦਿੱਲੀ ਵਿਖੇ ਆਪ ਜਾਣ ਦੀ ਥਾਂ ਆਪਣੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਸੀ। ਤਾਂ ਇਹ ਬੁਲਾਇਆ ਸੀ ਜੀ ਔਰੰਗਜ਼ੇਬ ਨੇ। ਤੇ ਇਸ ਵੀਡੀਓ ਦਾ ਲਾਸਟ ਕੁਐਸਚਨ ਹੈ ਕਿ ਉਸ ਗੁਰੂ ਸਾਹਿਬਾਨ ਦਾ ਨਾਮ ਦੱਸੋ ਜਿਨ੍ਹਾਂ ਨੂੰ ਚੇਕ ਨਿਕਲ ਆਈ ਅਤੇ ਤੇਜ਼ ਬੁਖਾਰ ਦੇ ਕਾਰਨ ਉਹ ਜਿਹੜੇ ਨੇ ਸਵਰਗਵਾਸ ਹੋ ਗਏ ਸਨ। ਤਾਂ ਉਹ ਹੈਗੇ ਸੀ ਜੀ ਬਾਲ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਠੀਕ ਹੈ, ਤਾਂ ਇਹ ਸੀਗਾ ਅੱਜ ਦਾ ਚੈਪਟਰ। ਆਈ ਹੋਪ ਤੁਹਾਡਾ ਜਿਹੜਾ ਇਹ, ਮੈਨੂੰ ਪਤਾ ਹੈ ਕਿ ਇਹ ਜਿਹੜਾ ਚੈਪਟਰ ਥੋੜ੍ਹਾ ਜਿਹਾ ਲੈਂਥੀ ਹੈ, ਲੇਕਿਨ ਇਸ ਦੇ ਵਿੱਚੋਂ ਕੁਐਸਚਨ ਜਿਹੜਾ 100% ਸ਼ੋਰ ਹੈ ਬਣੇਗਾ ਹੀ ਬਣੇਗਾ। ਠੀਕ ਹੈ, ਤਾਂ ਤੁਸੀਂ ਧਿਆਨ ਦੇ ਨਾਲ ਦੇਖੋ, ਮੈਂ ਐਕਸਪਲੇਨ ਕਰ ਦਿੱਤਾ, ਹੁਣ ਤੁਸੀਂ ਆਪਣੀ ਕਾਪੀ 'ਤੇ ਪ੍ਰੋਪਰ ਸਹੀ ਤਰੀਕੇ ਨਾਲ ਉਹਨੂੰ ਲਿਖਿਓ। ਠੀਕ ਹੈ, ਤਾਂ ਕਿ ਐਟ ਦੀ ਐਂਡ ਜਦੋਂ ਐਗਜ਼ਾਮ ਹੋਵੇ ਤੁਸੀਂ ਚੰਗੇ ਤਰੀਕੇ ਨਾਲ ਜਿਹੜਾ ਰਿਵਾਈਜ਼ ਕਰ ਪਾਓ। ਤਾਂ ਇਸ ਕਰਕੇ ਕਾਪੀ 'ਤੇ ਜ਼ਰੂਰ ਨੋਟ ਕਰਿਓ। ਇਸ ਤੋਂ ਇਲਾਵਾ ਜਿਹੜਾ ਪੂਰਾ PDF ਹੈ, ਇਹ ਪੂਰਾ ਚੈਪਟਰ ਪਲੱਸ MCQ, ਇਹ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ। ਬਾਕੀ ਕਲਾਸਿਸ ਦੇ ਵੀ PDF ਅਵੇਲੇਬਲ ਨੇ, ਤੁਸੀਂ ਜਾ ਕੇ ਜ਼ਰੂਰ ਜਿਹੜੇ ਨੇ ਉਹ ਡਾਊਨਲੋਡ ਕਰ ਸਕਦੇ ਹੋ, ਪੜ੍ਹ ਸਕਦੇ ਹੋ। ਠੀਕ ਹੈ, ਲਿੰਕ ਤੁਹਾਨੂੰ ਟੈਲੀਗ੍ਰਾਮ ਦਾ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਠੀਕ ਹੈ, ਤੇ ਜੇਕਰ ਵੀਡੀਓ ਹੈਲਪਫੁਲ ਲੱਗੀ ਹੈ, ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਜਿਹੜਾ ਸ਼ੇਅਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਤਾਂ ਕਿ ਉਹਨਾਂ ਨੂੰ ਵੀ ਵੱਧ ਤੋਂ ਵੱਧ ਜਿਹੜੀ ਹੈ ਇਸ ਦੀ ਹੈਲਪ ਹੋ ਸਕੇ। ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ। ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ। ਥੈਂਕ ਯੂ।